रिलेटेड 2 न्यूमेरिकल कल करवाए, आज कुछ प्रोपोर्शनलिटी वाले क्वेश्चन ये क्लियर हुए। अगर ये सारा मटेरियल तुहानू समझ आ गया तो फिर इस दे रिलेटेड ना एक और वधिया जिहा क्वेश्चन है तो एक क्वेश्चन बेटा जी तुहाडा जो एक क्वेश्चन है ना तुहाडा है तो एक क्वेश्चन तुहाडा एक सिंपल है, इनर फॉर्मूलेस दे रिलेटेड नहीं है, इनर फॉर्मूलेस दे रिलेटेड नहीं है ये जो क्वेश्चन है ना, बट फिर भी तुहानू इनर फॉर्मूलेस दे रिलेटेड जो सेकंड टाइप है ना उस दे विच क्वेश्चन मिलेगा। सो काफी स्टूडेंट्स हर साल इस क्वेश्चन ਨੂੰ ਐਜ਼ ਅ ਡਾਊਟ ਪੁੱਛਦੇ ਹੁੰਦੇ ਨੇ। ਸੋ ਬਾਕੀ ਤੁਹਾਨੂੰ ਮੇਰਾ ਹੁਣ ਫਾਰਮੈਟ ਆਫ ਟੀਚਿੰਗ ਪਤਾ ਲੱਗ ਹੀ ਗਿਆ ਜੀ। ਸੋ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਤੁਹਾਡੇ ਸੀਨੀਅਰਸ ਦਾ ਜੋ ਵੀ ਡਾਊਟ ਹੈਗਾ ਜੀ ਉਹ ਤੁਹਾਡਾ ਡਾਊਟ ਨਾ ਹੋਵੇ। ਸੋ ਉਸ ਪੁਆਇੰਟ ਆਫ ਤਾਂ ਮੈਂ ਉਹਨਾਂ ਡਾਊਟਸ ਨੂੰ ਪਹਿਲਾਂ ਹੀ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਹੁੰਦਾ। ਸੋ ਜੋ ਕੁਐਸਚਨ ਮੈਂ ਹੁਣ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਇਸ ਕੁਐਸਚਨ ਦੇ ਵਿੱਚ ਇਹ ਫਾਰਮੂਲੇ ਯੂਜ਼ ਨਹੀਂ ਹੋਣਗੇ, ਬਟ ਇਹ ਜ਼ਰੂਰ ਹੈ ਵੀ ਇਹ ਕੁਐਸਚਨ ਤੁਹਾਨੂੰ ਇਹਨਾਂ ਫਾਰਮੂਲੇਸ ਦੇ ਰਿਲੇਟਡ ਸੈਕੰਡ ਟਾਈਪ ਦੇ ਵਿੱਚ ਜ਼ਰੂਰ ਮਿਲੇਗਾ। ਸੋ ਕੁਐਸਚਨ ਮੇਰਾ ਇਹ ਹੈ ਜੀ, protons in cosmic rays, cosmic rays I hope ਤੁਸੀਂ ਪੜ੍ਹੀਆਂ ਹੋਣਗੀਆਂ ਕਦੇ ਨਾ ਕਦੇ, ਨਹੀਂ ਪੜ੍ਹੀਆਂ ਤਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ, ਲੇਟਰ ਔਨ ਦੇਖ ਲਾਂਗੇ ਆਪਾਂ ਆਪਣੇ ਸਿਲੇਬਸ ਦੇ ਵਿੱਚ। ਫਿਲਹਾਲ ਤਾਂ ਕੁਐਸਚਨ ਨੂੰ ਸੋਲਵ ਕਰੀਏ ਜੀ ਆਪਾਂ। ਸੋ ਕੁਐਸਚਨ ਇਹ ਕਹਿ ਰਿਹਾ ਹੈ ਜੀ ਤੁਹਾਡਾ ਵੀ ਇਸ ਕੇਸ ਦੇ ਵਿੱਚ protons in the cosmic rays strike the earth upper atmosphere at a rate of average over the earth's surface at 10 protons per meter square per second। ਇੱਕ ਸੈਕਿੰਡ ਦੇ ਵਿੱਚ ਯੂਨਿਟ ਏਰੀਆ ਦੇ ਵਿੱਚ ਅਗਰ ਇੰਨੇ ਪ੍ਰੋਟੋਨਸ ਕਾਸਮਿਕ ਰੇਜ਼ ਸਟ੍ਰਾਈਕ ਕਰ ਰਹੀ ਹੈ ਅਰਥ ਸਰਫੇਸ ਨੂੰ, then what does the total current find out ਕਰਨਾ ਹੈ ਜੋ ਅਰਥ ਰਿਸੀਵ ਕਰੇਗੀ behind its atmosphere in the form of your incident cosmic ray protons। ਠੀਕ ਹੈ। ਸੋ ਕੁਐਸਚਨ ਸਿੰਪਲ ਹੈ ਕਿ ਕਾਸਮਿਕ ਰੇਜ਼ ਸਟ੍ਰਾਈਕ ਕਰ ਰਹੀਆਂ ਨੇ ਅਰਥ ਦੇ ਸਰਫੇਸ ਨੂੰ, ਐਂਡ ਜਦੋਂ ਕਾਸਮਿਕ ਰੇਜ਼ ਸਟ੍ਰਾਈਕ ਕਰ ਰਹੀਆਂ ਨੇ ਅਰਥ ਦੇ ਸਰਫੇਸ ਨੂੰ ਤਾਂ ਫਿਰ 10 ਪ੍ਰੋਟੋਨਸ ਪਰ ਯੂਨਿਟ ਏਰੀਆ ਪਰ ਯੂਨਿਟ ਟਾਈਮ ਇਹ ਜੋ ਰੇਜ਼ ਨੇ ਉਹ ਅਰਥ ਸਰਫੇਸ ਨੂੰ ਸਟ੍ਰਾਈਕ ਕਰ ਰਹੀਆਂ। ਅਗਰ ਇੰਨੀਆਂ ਰੇਜ਼ ਯੂਨਿਟ ਏਰੀਆ 'ਚ ਯੂਨਿਟ ਟਾਈਮ ਦੇ ਵਿੱਚ 10 ਪ੍ਰੋਟੋਨਸ ਸਟ੍ਰਾਈਕ ਕਰ ਰਹੀਆਂ ਨੇ ਤਾਂ ਫਿਰ ਟੋਟਲ ਅਰਥ ਨੂੰ ਕਿੰਨਾ ਕਰੰਟ ਮਿਲੇਗਾ ਇਹ ਤੁਸੀਂ ਫਾਈਂਡ ਆਊਟ ਕਰਨਾ ਹੈ। ਹੁਣ ਇਸ ਦੇ ਲਈ ਬੇਟਾ ਜੀ ਸਿੰਪਲ ਕੁਐਸਚਨ ਬਹੁਤ ਸਿੰਪਲ ਹੈ। ਕੁਐਸਚਨ ਪਤਾ ਕਿਵੇਂ ਸਿੰਪਲ ਹੈ, ਜੇ ਅਗਰ 10 ਪ੍ਰੋਟੋਨਸ ਯੂਨਿਟ ਏਰੀਆ ਦੇ ਵਿੱਚ ਸਟ੍ਰਾਈਕ ਹੋ ਰਹੀਆਂ ਨੇ ਤਾਂ ਫਿਰ ਜੋ ਚਾਰਜ जो रिसीव किया जाएगा भाई बाय अर्थ पर सेकंड पर यूनिट एरिया। अगर आप इस चार्ज की गल करें then ये चार्ज किस दे इक्वल होएगा फ्रॉम क्वांटाइजेशन ऑफ चार्ज। सो यू नो फ्रॉम क्वांटाइजेशन ऑफ चार्ज Q is equal to n e दे इक्वल। हुन n दी वैल्यू कितनी है 10 है बिकॉज़ 10 प्रोटॉन स्ट्राइक हो रहे हैं। इलेक्ट्रॉनिक चार्ज की वैल्यू ਤੁਹਾਨੂੰ ਪਤਾ ਹੀ ਹੈ ਇਟਸ 1.6 10 ਪਾਵਰ -19। ਬਟ ਡੋਂਟ ਮਿਸ ਦ ਯੂਨਿਟਸ, ਵਾਰੀ ਕਹਿੰਦਾ ਜਾਊਂਗਾ ਵੀ ਡੋਂਟ ਮਿਸ ਦ ਯੂਨਿਟਸ। ਇਹ ਚਾਰਜ ਦੀ ਵੈਲਿਊ ਨਹੀਂ ਆਈ ਬੇਟਾ ਜੀ, ਇਹ ਚਾਰਜ ਪਰ ਯੂਨਿਟ ਏਰੀਆ ਪਰ ਯੂਨਿਟ ਟਾਈਮ ਦੇ ਵਿੱਚ ਆਇਆ ਹੈ। ਲੁੱਕ ਐਟ ਦ ਯੂਨਿਟਸ। ਠੀਕ ਹੈ। ਹੁਣ ਅਗਰ ਯੂਨਿਟ ਏਰੀਆ ਦੇ ਵਿੱਚ ਅਰਥ ਇੰਨਾ ਚਾਰਜ ਰਿਸੀਵ ਕਰੇ ਸੀ ਤਾਂ ਫਿਰ ਟੋਟਲ ਚਾਰਜ ਜੋ ਟੋਟਲ ਚਾਰਜ अर्थ रिसीव करेगी टोटल एरिया विच, बिकॉज यूनिट एरिया च अगर इन्ना चार्ज रिसीव हो रहा सी तो फिर टोटल एरिया दे विच कितना चार्ज रिसीव होएगा पर सेकंड वो ये होएगा, है ना। अगर ये होएगा तो Q दी वैल्यू आ गई 10 into 1.6 into 10 is per minus 19 into 4 into pi into radius of earth जी। तो रेडियस ऑफ अर्थ जो हैगा वो शायद पता होएगा ऑलमोस्ट 6400 किलोमीटर होता है ना। सो अगर ये होता है तो इस दी वैल्यू पुट कर। हुन ये टोटल चार्ज ਜਿਹੜਾ ਆ ਰਿਹਾ वो 1 सेकंड ਚ ਆ ਰਿਹਾ, एंड अगर ये टोटल चार्ज 1 सेकंड ਚ ਆ ਰਿਹਾ ਤਾਂ t ਦੀ वैल्यू 1 सेकंड है, तो इट मींस यही वैल्यू किस ਦੇ ਇਕੁਅਲ ਹੈ ਤੁਹਾਡੇ ਕਰੰਟ ਦੇ ਇਕੁਅਲ ਹੈ। ਸੋ ਇਸ ਕੁਐਸਚਨ ਦੇ ਵਿੱਚ ਬੇਟਾ ਜੀ ਮੈਂ ਕਿਹਾ ਸੀ ਨਾ कोई भी जो फॉर्मूले ਆਪਾਂ ऑलरेडी क्लियर कर चुके हैं I is equal to NAVD वाला ਜਾਂ drift velocity वाले जितने भी जो फॉर्मूले ने ਆਪਾਂ डिस्कस कर चुके हैं, then वो सारे ਦੇ ਸਾਰੇ ਫਾਰਮੂਲੇ ਤੁਹਾਡੇ ਇੱਥੇ ਯੂਜ਼ ਨਹੀਂ ਹੋ ਰਹੇ ਹਨ। ਇਹ ਕੁਐਸਚਨ ਦੇ ਵਿੱਚ ਤਾਂ ਇੱਕ ਸਿੰਪਲ ਯੂਨਿਟਸ ਦੀ ਗੇਮ ਹੈਗੀ ਸੀ।
ਤਾਂ ਮੈਂ ਤੁਹਾਨੂੰ ਥਰਡ ਟਾਈਮ ਕਹਿ ਰਿਹਾ ਵੀ ਇਹ ਕੁਐਸਚਨ ਤੁਹਾਨੂੰ ਤੁਹਾਡੇ ਹੋਮਵਰਕ ਦੇ ਵਿੱਚ ਮਿਲੇਗਾ, ਬਟ ਇਸ ਕੁਐਸਚਨ 'ਚ ਡ੍ਰਿਫਟ ਵੈਲੋਸਿਟੀ ਦਾ ਕੋਈ ਕਨਸੈਪਟ ਯੂਜ਼ ਨਹੀਂ ਹੋਇਆ। ਹਾਂ, ਇਸ ਕੁਐਸਚਨ ਦੇ ਵਿੱਚ ਯੂਨਿਟਸ ਦਾ ਕਨਸੈਪਟ ਯੂਜ਼ ਹੋਇਆ ਵੀ ਅਗਰ 10 ਪ੍ਰੋਟੋਨਸ ਯੂਨਿਟ ਏਰੀਆ ਦੇ ਵਿੱਚ ਯੂਨਿਟ ਟਾਈਮ ਦੇ ਵਿੱਚ ਅਰਥ ਨੂੰ ਸਟ੍ਰਾਈਕ ਕਰ ਰਹੇ ਸੀ, ਤਾਂ ਫਿਰ 10 ਪ੍ਰੋਟੋਨਸ ਦੇ ਕਰਕੇ ਯੂਨਿਟ ਏਰੀਆ ਤੇ ਯੂਨਿਟ ਟਾਈਮ ਦੇ ਵਿੱਚ ਅਰਥ ਕਿੰਨਾ ਚਾਰਜ ਰਿਸੀਵ ਕਰ ਰਹੀ ਸੀ। ਅਗਰ ਅਰਥ ਯੂਨਿਟ ਏਰੀਆ ਤੇ ਯੂਨਿਟ ਟਾਈਮ ਦੇ ਵਿੱਚ ਇੰਨਾ ਚਾਰਜ ਰਿਸੀਵ ਕਰ ਰਹੀ ਸੀ, ਤਾਂ ਫਿਰ ਯੂਨਿਟ ਟਾਈਮ ਦੇ ਵਿੱਚ ਅਰਥ ਟੋਟਲ ਕਿੰਨਾ ਚਾਰਜ ਰਿਸੀਵ ਕਰੇਗੀ ਜੀ। ਉਸ ਟੋਟਲ ਚਾਰਜ ਦੇ ਲਈ ਆਪਾਂ ਯੂਨਿਟਰੀ ਮੈਥਡ ਲਗਾਤਾ ਵੀ ਯੂਨਿਟ ਏਰੀਆ 'ਚ ਇੰਨਾ ਚਾਰਜ, then अर्थ ਦੇ टोटल एरिया च कितना चार्ज होएगा, एंड ये चार्ज अगर 1 सेकंड दे विच है जी, तो फिर चार्ज अपॉन टाइम यही तो करंट होंदा है। बस इस नु सॉल्व कर लियो, ਤੁਹਾਡਾ आंसर आ जाएगा। सो इस तरह इस टाइप ਦੇ क्वेश्चन भी ਤੁਹਾਨੂੰ ਤੁਹਾਡੇ ਹੋਮਵਰਕ ਦੇ ਵਿੱਚ ਮਿਲ ਸਕਦੇ ਨੇ, ਐਂਡ ਉਮੀਦ ਹੈ ਜਦੋਂ ਇਸ ਟਾਈਪ ਦੇ ਕੁਐਸਚਨ ਤੁਹਾਨੂੰ ਮਿਲਣਗੇ ਤਾਂ ਤੁਸੀਂ ਸਿੰਪਲੀ ਆਪਣੇ ਯੂਨਿਟਸ ਦਾ ਧਿਆਨ ਰੱਖੋਗੇ। ਪਹਿਲਾਂ 10 ਪ੍ਰੋਟੋਨਸ ਦੇ ਕਰਕੇ ਚਾਰਜ ਆਇਆ, ਇਹ ਚਾਰਜ ਯੂਨਿਟ ਏਰੀਆ 'ਚ ਆਇਆ, ਫਿਰ ਟੋਟਲ ਏਰੀਆ 'ਚ ਕਿੰਨਾ ਚਾਰਜ ਆਇਆ, ਐਂਡ ਟੋਟਲ ਏਰੀਆ ਦਾ ਚਾਰਜ ਅਗਰ ਯੂਨਿਟ ਟਾਈਮ ਦੇ ਵਿੱਚ ਆ ਰਿਹਾ ਸੀ, ਤਾਂ ਫਿਰ ਯੂਨਿਟ ਟਾਈਮ ਤੋਂ ਬਾਅਦ ਜੋ ਓਵਰਆਲ ਚਾਰਜ ਪੌਨ ਟਾਈਮ ਹੋਏਗਾ ਉਹ ਟਾਈਮ ਤੁਹਾਡਾ करंट दसेगा। सो करंट दी वैल्यू बेटा थोड़ी ये होएगी। बाकी सिंपल स्टेप ने, उम्मीद है ਤੁਹਾਨੂੰ ਇੱਕ ਡਿਫਰੈਂਟ ਜਿਹਾ ਕੁਐਸਚਨ ਜਿਹੜਾ ਹੈਗਾ ਇਹ ਵਾਲਾ ਡ੍ਰਿਫਟ ਵੈਲੋਸਿਟੀ ਤੋਂ ਥੋੜਾ ਜਿਹਾ ਹਟ ਕੇ ਜਿਹੜਾ ਕੁਐਸਚਨ ਹੈਗਾ ਸੀ ਇਹ ਵਾਲਾ, ਇਹ ਜ਼ਰੂਰ ਸਮਝ ਆਇਆ ਹੋਏਗਾ। ਅਗਰ ਤੁਹਾਨੂੰ ਇਹ ਕੁਐਸਚਨ ਸਮਝ ਆ ਗਿਆ ਫਿਰ ਮੈਂ ਨੈਕਸਟ ਟੌਪਿਕ ਦੇ ਉੱਪਰ ਆ ਰਿਹਾ ਜੀ, ਨੈਕਸਟ ਡਿਸਕਸ਼ਨ ਦੇ ਉੱਪਰ ਆ ਰਿਹਾ। ਸੋ ਕਾਫੀ ਕੁਐਸਚਨ ਹੁਣ ਡ੍ਰਿਫਟ ਵੈਲੋਸਿਟੀ ਦੇ डिस्कस, सो काफी क्वेश्चन ਤੁਹਾਡੇ ਫਾਰਮੂਲਾਸ ਦੇ ਰਿਲੇਟਡ ਹੋ ਗਏ ਜੀ। ਇਸ ਤੋਂ ਪਹਿਲਾਂ ਮੈਂ ਨੈਕਸਟ ਮੂਵ ਕਰਾਂ, ਬਿਫੋਰ ਦੈਟ ਲਾਸਟ ਟਾਈਮ ਐਨੀ ਡਾਊਟ ਸੋ ਫਾਰ ਇਨ ਦਿਸ ਪਾਰਟ ਆਫ ਯਰ ਡਿਸਕਸ਼ਨ? ओके है जी, लो जी, ठीक है जी, ठीक है, ओके है। इस तो पहले आगे चला, आज डेट कितनी है भैया जी? इस तो पहले आगे चला बिकॉज ड्रिफ्ट वेलोसिटी दे काफी अपने जो क्वेश्चन है वो क्लियर हो गए, ड्रिफ्ट वेलोसिटी दे रिलेशन डिस्कस हो गए, ड्रिफ्ट वेलोसिटी दे रिलेटेड जो अपने क्वेश्चन है किसी बेटा जी वो क्लियर हो गए जी, एंड कुछ प्रोपोर्शनलिटी वाले क्वेश्चन डिस्कस कर ले, कुछ डिफरेंट जो प्रोटॉन वाले क्वेश्चन क्लियर कर ले। देन ਤੁਹਾਡੇ ਇਸ ਯੂਨਿਟ ਦਾ ਸੈਕੰਡ ਪਾਰਟ ਜਿਹੜਾ ਹੈਗਾ ਉਹ ਕਲੀਅਰ ਹੋ ਗਿਆ ਜੀ। ਫਸਟ ਪਾਰਟ ਕਰੰਟ ਵਾਲਾ, ਸੈਕੰਡ ਪਾਰਟ ਇਹਨਾਂ ਫਾਰਮੂਲਾਸ ਵਾਲਾ। ਇਸ ਤੋਂ ਪਹਿਲਾਂ ਮੈਂ ਇਸ ਯੂਨਿਟ ਦੇ ਥਰਡ ਪਾਰਟ ਦੇ ਉੱਪਰ ਆਵਾਂ, ਇਸ ਤੋਂ ਪਹਿਲਾਂ ਮੈਂ ਇਸ ਯੂਨਿਟ ਦੇ ਥਰਡ ਪਾਰਟ ਦੇ ਉੱਪਰ ਆਵਾਂ। ਉਸ ਥਰਡ ਪਾਰਟ ਤੋਂ ਪਹਿਲਾਂ मैं अपने स्टूडेंट ਨੂੰ ਜੋ ਹੁਣੇ ਪੁੱਛਿਆ ਸੀ, ਬਹੁਤ ਜਲਦੀ ਮੇਰੇ ਸਟੂਡੈਂਟ ਨੇ ਆਨਸਰ ਸੈਂਡ ਕੀਤਾ, ਐਂਡ ਬਹੁਤ ਜਲਦੀ ਉਹਨਾਂ ਨੇ ਦੱਸਿਆ ਅੱਜ 11th ਜੂਨ ਹੈ ਜੀ। ਬਹੁਤ ਬੜੀ, ਚਲੋ ਅੱਗੇ ਬੇਟਾ ਜੀ। ਜਦੋਂ ਵੀ ਇਹ ਡੇਟ ਆ ਜਾਂਦੀ ਸੀ ਨਾ 11th ਜੂਨ, 12th ਜੂਨ, 13 ਜੂਨ, ਸਮਥਿੰਗ ਲਾਈਕ ਦਿਸ ਜੀ, ਉਸ ਟਾਈਮ ਤੁਹਾਡੇ ਸੀਨੀਅਰਸ ਮੈਨੂੰ ਛੁੱਟੀਆਂ ਦੀ ਗੱਲ ਕਰਦੇ ਹੁੰਦੇ ਸੀ। ਲੈ ਵੀ ਲੈ, ਮੈਨੂੰ ਲੱਗਦਾ ਮੇਰੇ ਸਟੂਡੈਂਟ ਦਾ ਫੇਵਰਿਟ ਟੌਪਿਕ ਆ ਗਿਆ। ਸਮਰ ਵੈਕੇਸ਼ਨ ਦੀ ਗੱਲ ਹੁੰਦੀ ਸੀ। ਵਾਹ ਵੀ ਵਾਹ, ਕੀ ਬਾਤ ਹੈ, ਸਮਾਈਲਿੰਗ ਫੇਸ, ਸਮਾਈਲਿੰਗ ਫੇਸ, ਸਮਾਈਲਿੰਗ ਫੇਸ, ਵਾਹ ਵਾਹ। ਸਮਰ ਵੈਕੇਸ਼ਨਸ ਹੁੰਦੀਆਂ, ਮੇਰੇ ਵਰਗਾ ਇਨਸਾਨ ਵੀ ਨਾਲ ਦੇ ਨਾਲ ਰੈਡੀ ਹੁੰਦਾ ਸੀ। 13-14 ਜੂਨ ਨੂੰ ਨਿਕਲ ਜਾਂਦੇ ਸੀ ਯਾਰ, ਤਾਂ ਹੁਣ ਨਹੀਂ ਮੁੜਦੇ ਯਾਰ। ਹਾਂ, ਅਸੀਂ ਨਿਕਲ ਜਾਂਦੇ ਸੀ ਉਸ ਤੋਂ ਬਾਅਦ। ਹਾਂ, ਮੈਨੂੰ ਲੱਗਦਾ ਮੇਰੇ ਸਟੂਡੈਂਟ ਸਮਝ ਗਏ ਮੇਰਾ ਇਸ਼ਾਰਾ, ਹੈ ਨਾ। तो समर वेकेशन करिए क्या रहती, रेस्ट करनी है एक हफ्ता, रेस्ट करनी है एक हफ्ता। सारे बच्चे कह रहे हैं सर एक हफ्ता रेस्ट कर लो, नाल एक हफ्ते दे विच कंडीशंस और नॉर्मल हो जाणगियां, एंड अगर कंडीशन और नॉर्मल हो गईयां तो फिर उस तो बाद फिर आपां सीधा समर वेकेशंस तो बाद आपां अपने इंस्टीट्यूट च मिलांगे। एंड तुहाडे लिए नवा एसी मैं लवा लिया एंड तुहाडे लिए नवा एसी मैं लवा लिया, एंड उस तो बाद फिर आपां इंस्टीट्यूट च पढ़िया करांगे। एंड जिस तरह स्टार्टिंग दे च पढ़े सी बोर्ड तो ही सारा कुछ डिस्कस कर दे। वेरी गुड। सो अगर ये है तो फिर मुझे लगता है मेरे स्टूडेंट कहने सर समर वेकेशन करो। चलो ठीक है जी, समर वेकेशंस तुहाडियां होणगियां मोस्ट प्रॉब्ली फाइनल तो नहीं करांगा, बट फिर भी मोस्ट प्रॉब्ली ये टाइम पीरियड होएगा बेटा जी तुहाडी समर वेकेशन दा। ठीक है जी। सो फ्रॉम 20th जून टू 27 जून जी, सो 20 जून तक अपना सेकंड यूनिट कवर हो जाएगा, कंप्लीट हो जाएगा। ठीक है, फिर उस तो बाद
ਇੱਕ ਹਫ਼ਤੇ ਤੋਂ ਬਾਅਦ ਬਸ ਦੁਆਵਾਂ ਕਰਦੇ ਜਾਓ ਵੀ ਇਸ ਤੋਂ ਬਾਅਦ ਆਪਾਂ ਸਿੱਧਾ ਆਪਣੇ ਇੰਸਟੀਚਿਊਟ 'ਚ ਮਿਲੀਏ ਤੇ ਜਦੋਂ ਇੰਸਟੀਚਿਊਟ 'ਚ ਮਿਲੀਏ ਤਾਂ ਫਿਰ ਇੰਸਟੀਚਿਊਟ ਦੇ ਵਿੱਚ ਆਪਾਂ ਆਪਣੇ 3rd ਯੂਨਿਟ ਨੂੰ ਸਟਾਰਟ ਕਰੀਏ ਜਿਸ ਦਾ ਕੋਈ ਵੀ ਰਿਲੇਸ਼ਨ ਨਹੀਂ ਹੈ ਇਹਨਾਂ 2 ਯੂਨਿਟਸ ਦੇ ਨਾਲ, ਜਿਸ ਦੇ ਵਿੱਚ ਆਪਾਂ ਮੈਗਨੈਟਿਕ ਇਫੈਕਟ ਆਫ ਕਰੰਟ ਪੜਾਂਗੇ, ਮੈਗਨੈਟਿਕ ਫੀਲਡ ਪੜਾਂਗੇ, ਨਾਰਥ ਸਾਊਥ ਪੜਾਂਗੇ। ਤੁਹਾਨੂੰ ਇੱਕ ਡਿਫਰੈਂਟ ਜਿਹਾ ਕਨਸੈਪਟ ਹੋਏਗਾ ਜੋ 27 ਤੋਂ ਬਾਅਦ ਜੋ ਨੈਕਸਟ ਕਲਾਸ ਲੱਗੇਗੀ ਉਦੋਂ ਸ਼ੁਰੂ ਕਰਾਂਗਾ। ਐਂਡ ਮੈਂ ਫਿਰ ਕਹਾਂਗਾ ਦੁਆਵਾਂ ਕਰਦੇ ਜਾਓ ਵੀ ਇਸ ਤੋਂ ਬਾਅਦ ਸਿੱਧਾ ਆਪਾਂ ਇੰਸਟੀਚਿਊਟ 'ਚ ਮਿਲੀਏ। ਬਟ ਇਹ ਬੇਟਾ ਜੀ 99.9% 99.9% ये है ਤੁਹਾਡੇ ਸਮਰ ਵੈਕੇਸ਼ਨਸ ਦਾ ਟਾਈਮ ਪੀਰੀਅਡ। ਠੀਕ ਹੈ ਬੇਟਾ, ਇਹ ਯਾਦ ਰੱਖਿਓ ਜੀ। ਚਲਿਏ, ਮੈਨੂੰ ਲੱਗਦਾ ਮੇਰੇ ਸਟੂਡੈਂਟ ਅੱਜ ਪੰਜਾਬੀ ਚ ਬੋਲਦੇ ਹੁੰਦੇ ਨਾ ਬਾਗੋ ਬਾਗ ਹੋ ਗਏ ਹੋਣਗੇ। ਅੱਜ ਨਜ਼ਾਰਾ ਆ ਗਿਆ ਹੋਵੇਗਾ ਮੇਰੇ ਸਟੂਡੈਂਟਸ ਨੂੰ, ਕਹਿੰਦੇ ਸਰ ਅੱਜ ਤਾਂ ਦਿਲ ਖੁਸ਼ ਕਰਤਾ ਤੁਸੀਂ ਸਾਡਾ। ਕੀ ਬਾਤ ਹੈ। ਹੁਣੀ ਮੈਸੇਜ ਆਇਆ ਕਿਸੇ ਬੱਚੇ ਦਾ, ਸਰ ਦਿਲ ਖੁਸ਼ ਕਰਤਾ ਤੁਸੀਂ ਸਾਡਾ ਜੀ, ਵਾਹ ਵੀ ਵਾਹ। ਠੀਕ ਹੈ, ਚਲੋ ਇਟ ਮੀਨਸ 10 ਦਿਨ ਰਹਿ ਗਏ ਆਪਣੇ ਕੋਲ ਹੁਣ। ਉਹ 10 ਦਿਨਾਂ 'ਚ ਯੂਨਿਟ ਫਿਨਿਸ਼ ਕਰਕੇ ਉਸ ਤੋਂ ਬਾਅਦ 3rd ਯੂਨਿਟ ਸ਼ੁਰੂ ਕਰਾਂਗੇ ਇਸ ਤੋਂ ਬਾਅਦ। ਸੋ ਪਲਾਨ ਦੇਖਿਆ ਵਧੀਆ ਨਾ। ਭਾਈ ਮੈਂ ਤੁਹਾਨੂੰ ਸ਼ੁਰੂ ਤੋਂ ਕਹਿੰਦਾ ਆ ਰਿਹਾ ਪੁੱਤਰ ਮੇਰਾ ਸਾਥ ਦੇ ਦਿਓ ਟੀਚਿੰਗ ਦੇ ਵਿੱਚ, ਟੀਚਿੰਗ 'ਚ ਪੁੱਤਰ ਮੇਰਾ ਸਾਥ ਦੇ ਦਿਓ, ਜ਼ਿੰਦਗੀ ਬਣ ਜਾਏਗੀ ਤੁਹਾਡੀ। ਅਸੀਂ ਬਹੁਤ ਪਲਾਨ ਕਰਕੇ ਚੱਲਦੇ ਹਾਂ। ਹੁਣ ਪਲਾਨ ਇਹ ਹੈ ਵੀ ਇੱਥੇ ਤੱਕ 2nd ਯੂਨਿਟ ਫਿਨਿਸ਼ ਕਰਕੇ ਫਿਰ ਇੱਕ ਹਫ਼ਤੇ ਦੀ ਰੈਸਟ ਕਰਾਂਗੇ। ਫਿਰ ਜਦੋਂ ਆਵਾਂਗੇ ਤਾਂ ਮੋਸਟ ਪ੍ਰੋਬਬਲੀ ਇੰਸਟੀਚਿਊਟ 'ਚ ਆਵਾਂਗੇ। ਇੰਸਟੀਚਿਊਟ ਦੇ ਵਿੱਚ 3rd ਯੂਨਿਟ ਸ਼ੁਰੂ ਕਰੂੰਗਾ ਮੈਗਨੈਟਿਕ ਫੀਲਡ ਜੀ, ਇੱਕ ਨਵੀਂ ਬ੍ਰਾਂਚ ਆਫ ਫਿਜ਼ਿਕਸ ਹੋਏਗੀ ਤੁਹਾਡੇ ਲਈ। ਐਂਡ ਉਸ ਟਾਈਮ ਅਗਰ ਆਪਾਂ ਪੜ੍ਹਨਾ ਸ਼ੁਰੂ ਕਰ ਦਾਂਗੇ ਤਾਂ ਉਸ ਟਾਈਮ ਵੀ ਆਪਣਾ ਰਿਜ਼ਲਟ ਹੋਰ ਵੀ ਵਧੀਆ ਬਣਨਾ ਸ਼ੁਰੂ ਹੋ ਜਾਊਗਾ। ਸੋ ਪਲਾਨ ਸਾਰਾ ਵਧੀਆ ਹੁੰਦਾ, ਬਸ ਮਿਹਨਤ ਕਰਦੇ ਜਾਇਆ ਕਰੋ। ਇਹੀ ਮੇਰੀ ਸਾਰੇ ਬੱਚਿਆਂ ਨੂੰ ਰਿਕੁਐਸਟ ਹੁੰਦੀ ਹੈ ਵੀ ਆਨਲਾਈਨ ਹੋਵੇ ਮੇ ਬੀ ਆਫਲਾਈਨ ਹੋਵੇ, ਹਮੇਸ਼ਾ ਬੇਟਾ ਜੀ ਤੁਸੀਂ ਮਿਹਨਤ ਕਰਦੇ ਜਾਇਆ ਕਰੋ, ਆਪਣੇ ਡਾਊਟ ਕਲੀਅਰ ਕਰਦੇ ਜਾਇਆ ਕਰੋ ਤੇ ਪੂਰਾ ਜ਼ੋਰ ਲਗਾਈ ਜਾਇਆ ਕਰੋ ਆਪਣੀ ਸਟੱਡੀ ਦੇ ਵਿੱਚ। ਡੈਫੀਨੇਟਲੀ ਕਦੇ ਨਾ ਕਦੇ ਜ਼ਿੰਦਗੀ ਤੁਹਾਡਾ ਸਾਥ ਜ਼ਰੂਰ ਦੇਗੀ ਜੀ। ਠੀਕ ਹੈ, ਚਲੋ ਚੱਲਦੇ ਆਪਾਂ ਅੱਗੇ ਜੀ। ਅਗਰ ਤੁਸੀਂ ਇਸ ਯੂਨਿਟ ਦੇ 2 ਪਾਰਟ ਵਧੀਆ ਕੰਪਲੀਟ ਕਰ ਲਏ ਤਾਂ 2 ਪਾਰਟ ਕੰਪਲੀਟ ਕਰਨ ਤੋਂ ਬਾਅਦ ਮੈਨੂੰ ਇੱਕ ਚੀਜ਼ ਕਲੀਅਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਜੀ। ਐਂਡ ਉਹ ਪੁਆਇੰਟ ਇਹ ਹੈ ਬੇਟਾ, ਇੱਕ ਪੁਆਇੰਟ ਮੈਨੂੰ ਇਸ ਤਰ੍ਹਾਂ ਦਾ ਕਲੀਅਰ ਹੁੰਦਾ ਨਜ਼ਰ ਆ ਰਿਹਾ ਜੋ ਮੈਨੂੰ ਲੱਗਦਾ ਮੇਰੇ ਸਟੂਡੈਂਟਸ ਨੂੰ ਵੀ ਕਲੀਅਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੋਵੇਗਾ ਵੀ ਕਿਸੇ ਵੀ ਕੰਡਕਟਰ ਦੇ ਵਿੱਚ ਜਿੰਨਾ ਸਟਰੋਂਗ ਆਪਾਂ ਸੈੱਲ ਲਗਾਵਾਂਗੇ, ਜਿੰਨਾ ਸਟਰੋਂਗ ਆਪਾਂ ਇਲੈਕਟ੍ਰਿਕ ਫੀਲਡ ਲਗਾਵਾਂਗੇ, ਜਿੰਨਾ ਜ਼ਿਆਦਾ ਵੋਲਟੇਜ ਵਾਲਾ ਆਪਾਂ ਸੈੱਲ ਲਗਾਵਾਂਗੇ, ਦੈਨ ਇਸ ਕੰਡਕਟਰ ਦੇ ਵਿੱਚ ਨੰਬਰ ਆਫ ਚਾਰਜ ਪਾਰਟੀਕਲ ਉਨੀ ਜਲਦੀ ਹੀ ਨਾਨ ਯੂਨੀਫਾਰਮ ਡਾਇਰੈਕਸ਼ਨ ਤੋਂ ਯੂਨੀਫਾਰਮ ਡਾਇਰੈਕਸ਼ਨ ਦੇ ਵਿੱਚ ਆਉਣਗੇ, ਹੈ ਨਾ। It means stronger will be the potential, better will be the current ਜੀ। ਸੋ ਜਿੰਨੀ ਜ਼ਿਆਦਾ ਵੋਲਟੇਜ ਵਾਲਾ ਸੈੱਲ ਲਗਾ ਦੋਗੇ ਉਨੀ ਜਲਦੀ ਤੁਹਾਡੇ ਕੰਡਕਟਰ ਦੇ ਵਿੱਚ ਚਾਰਜ ਪਾਰਟੀਕਲਸ ਫਲੋ ਦੇ ਵਿੱਚ ਆ ਜਾਣਗੇ। ਐਂਡ ਚਾਰਜ ਪਾਰਟੀਕਲ ਦੇ ਫਲੋ ਨੂੰ ਹੀ ਆਪਾਂ ਕਰੰਟ ਕਹਿ ਰਹੇ ਹਾਂ। ਅਗਰ ਇਹ ਚੀਜ਼ ਤੁਹਾਨੂੰ ਥਰੂ ਦਿਸ ਡਿਸਕਸ਼ਨ ਸਮਝ ਆ ਗਈ ਤਾਂ ਫਿਰ ਇਸ ਨੂੰ ਹੀ, ਇਸ ਕਨਸੈਪਟ ਨੂੰ ਹੀ ਬੇਟਾ ਸਪੋਰਟ ਕੀਤਾ ਸੀ ਸਰ ਸਾਈਮਨ ਓਮਸ ਨੇ। ਨਾਮ ਤਾਂ ਸੁਣਿਆ ਹੋਏਗਾ, ਨਾਮ ਤਾਂ ਸੁਣਿਆ ਹੋਏਗਾ ਵੀ। ਸੋ ਇਸ ਤੋਂ ਬਾਅਦ ਇਹ ਆਏ ਜੀ, ਇਸ ਤੋਂ ਬਾਅਦ ਸਰ ਜੋਹਨਨ ਸਾਈਮਨ ਓਮ, ਫੁੱਲ ਨੇਮ ਆਫ ਓਮ। ਸੋ ਸਰ ਜੋਹਨਨ ਸਾਈਮਨ ਓਮ ਨੇ ਸੋ ਇਸ ਕਨਸੈਪਟ ਨੂੰ ਆਪਣੇ ਓਮਸ ਲਾਅ ਦੇ ਪੁਆਇੰਟ ਆਫ ਵਿਊ ਤੋਂ ਇੰਟਰੋਡਿਊਸ ਕੀਤਾ। ਉਹਨਾਂ ਨੇ ਇਹ ਕਿਹਾ ਵੀ ਪੋਟੈਂਸ਼ੀਅਲ ਜਿੰਨਾ ਜ਼ਿਆਦਾ ਕਰੰਟ ਵੀ ਉਨਾ ਜ਼ਿਆਦਾ। ਮੈਨੂੰ ਲੱਗਦਾ ਮੇਰੇ ਸਟੂਡੈਂਟ ਵੈਸੇ ਹੀ ਸਮਝ ਚੁੱਕੇ ਨੇ ਵੀ ਜਿੰਨਾ ਜ਼ਿਆਦਾ ਪੋਟੈਂਸ਼ੀਅਲ ਫਲੋ ਉਨਾ ਜ਼ਿਆਦਾ ਤੇ ਕਰੰਟ ਵੀ ਉਨਾ ਜ਼ਿਆਦਾ, ਹੈ ਨਾ। ਬਟ ਯਾਦ ਰੱਖਿਓ ਬੇਟਾ ਜੀ ਓਮਸ ਲਾਅ ਨਾ ਜਦੋਂ ਵੀ ਲਾਈਫ 'ਚ ਪੁੱਛਿਆ ਜਾਏਗਾ ਦੈਨ ਥੋੜੀਆਂ ਜਿਹੀਆਂ ਕੰਡੀਸ਼ਨ ਜ਼ਰੂਰ ਯਾਦ ਰੱਖਣੀਆਂ। ਜੋ ਮੈਂ ਡੈਫੀਨੇਸ਼ਨ ਬੋਲਣ ਲੱਗਿਆ ਉਹ ਤੁਹਾਡੀ ਬੁੱਕ ਦੇ ਵਿੱਚ ਹੈ, ਤੇ ਬੁੱਕ ਦੇ ਵਿੱਚ ਇੱਕ ਵਾਰੀ ਗੋ ਥਰੂ ਜ਼ਰੂਰ ਕਰ ਲਿਓ ਆਪਣੀ ਡੈਫੀਨੇਸ਼ਨ। ਐਂਡ ਡੈਫੀਨੇਸ਼ਨ ਇਹ ਹੈ ਬੇਟਾ ਜੀ ਵੀ ਜੋ ਪੋਟੈਂਸ਼ੀਅਲ ਡਿਫਰੈਂਸ ਹੁੰਦਾ ਨਾ, ਪੋਟੈਂਸ਼ੀਅਲ ਡਿਫਰੈਂਸ applied across the conductor ਜਿਹੜਾ ਹੈਗਾ it is proportional to the current flowing in the conductor provided physical conditions ਜਿਹੜੀਆਂ ਹੈਗੀਆਂ ਨੇ ਇਹ ਤੁਹਾਡੀਆਂ ਸੇਮ ਰਹਿਣੀਆਂ ਚਾਹੀਦੀਆਂ ਨੇ। ਸੇਮ ਮਤਲਬ ਫਿਜ਼ੀਕਲ ਕੰਡੀਸ਼ਨ ਮਤਲਬ ਟੈਂਪਰੇਚਰ ਪੁੱਤਰ ਸੇਮ ਰਹਿਣਾ ਚਾਹੀਦਾ ਹੈ। ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਅਕਸ਼ਿਤਾ, ਆਰੂ ਅਕਸ਼ਿਤਾ ਵੈਰੀ ਗੁੱਡ। ਐਂਡ ਮਕੈਨੀਕਲ ਸਟ੍ਰੇਨ ਮਤਲਬ ਲੈਂਥ ਨਹੀਂ ਵੇਰੀ ਹੋਣੀ ਚਾਹੀਦੀ ਕੰਡਕਟਰ ਦੀ, ਏਰੀਆ ਵੇਰੀ ਨਹੀਂ ਹੋਣਾ ਚਾਹੀਦਾ। ਸੋ ਸਟ੍ਰੇਨ ਦਾ ਮਤਲਬ ਇਹੀ ਹੈ ਵੀ ਇਹਨਾਂ ਦੀਆਂ ਡਾਇਮੈਂਸ਼ਨਸ ਚੇਂਜ ਨਹੀਂ ਹੋਣੀਆਂ ਚਾਹੀਦੀਆਂ। ਅਗਰ ਬੇਟਾ ਸਟ੍ਰੇਨ ਸੇਮ ਰਹੇਗੀ, ਅਗਰ ਟੈਂਪਰੇਚਰ ਸੇਮ ਰਹੇਗਾ ਤਾਂ ਇਟ ਮੀਨਸ ਫਿਜ਼ੀਕਲ ਕੰਡੀਸ਼ਨ ਸੇਮ ਰਹਿਣਗੀਆਂ। ਐਂਡ ਅਗਰ ਫਿਜ਼ੀਕਲ ਕੰਡੀਸ਼ਨ ਬੇਟਾ ਸੇਮ ਰਹਿਣਗੀਆਂ ਫਿਰ ਹੀ ਪੋਟੈਂਸ਼ੀਅਲ ਜਿਹੜਾ ਹੋਏਗਾ ਉਹ ਕਰੰਟ ਦੇ ਪ੍ਰੋਪੋਰਸ਼ਨਲ ਹੋਏਗਾ। ਠੀਕ ਹੈ,
ਸੋ ਓਮਸ ਆਪਣੇ ਲਾਅ ਦੇ ਵਿੱਚ ਇਹ ਕਹਿ ਰਹੇ ਸੀ, ਜੋ ਤੁਸੀਂ 10th ਕਲਾਸ ਤੋਂ ਲੈ ਕੇ ਪੜ੍ਹਦੇ ਆ ਰਹੇ ਹੋ। ਸੋ ਪੋਟੈਂਸ਼ੀਅਲ ਜਿਹੜਾ ਹੁੰਦਾ ਉਹ ਕਿਸੇ ਵੀ ਕੰਡਕਟਰ ਦਾ, ਉਸ ਕੰਡਕਟਰ ਦੇ ਵਿੱਚ ਜੋ ਇਲੈਕਟ੍ਰੋਨਸ ਦਾ ਫਲੋ ਹੁੰਦਾ ਹੈ, ਉਸ ਫਲੋ ਦੇ ਕਰਕੇ ਜੋ ਕਰੰਟ ਬਣਦਾ ਹੈ ਉਸ ਦੇ ਪ੍ਰੋਪੋਰਸ਼ਨਲ ਹੁੰਦਾ ਹੈ। ਇਨ ਸ਼ਾਰਟ V ਪ੍ਰੋਪੋਰਸ਼ਨਲ ਟੂ I, ਬਟ ਓਨਲੀ ਅਗਰ ਫਿਜ਼ੀਕਲ ਕੰਡੀਸ਼ਨ ਸੇਮ ਰਹਿਣਗੀਆਂ, ਅਗਰ ਕੰਡਕਟਰ ਦੀ ਲੈਂਥ ਇਸ ਦਾ ਏਰੀਆ ਇਸ ਦਾ ਟੈਂਪਰੇਚਰ ਚੇਂਜ ਨਹੀਂ ਹੋਏਗਾ। ਮੈਂ ਤੁਹਾਨੂੰ ਇਹ ਵੀ ਦੱਸਾਂਗਾ ਲੇਟਰ ਔਨ, ਮੈਂ ਤੁਹਾਨੂੰ ਇਹ ਵੀ ਦੱਸਾਂਗਾ ਵੀ ਅਗਰ ਇਹ ਚੇਂਜ ਹੋ ਜਾਏ ਤਾਂ ਫਿਰ ਪ੍ਰੋਪੋਰਸ਼ਨੈਲਿਟੀ ਕਿਉਂ ਡਿਸਟਰਬ ਹੋਏਗੀ, ਅਗਰ ਇਹ ਚੇਂਜ ਹੋਏਗੀ ਤਾਂ ਫਿਰ ਪ੍ਰੋਪੋਰਸ਼ਨੈਲਿਟੀ ਕਿਉਂ ਡਿਸਟਰਬ ਹੋਏਗੀ, ਮੈਂ ਲੇਟਰ ਔਨ ਤੁਹਾਨੂੰ ਇਹ ਵੀ ਦੱਸਾਂਗਾ। ਬਟ ਸਟਾਰਟਿੰਗ ਦੇ ਵਿੱਚ ਸਿਰਫ ਇਹ ਯਾਦ ਰੱਖਿਓ, ਅਗਰ ਇਹ ਫਿਜ਼ੀਕਲ ਕੰਡੀਸ਼ਨ ਸੇਮ ਨੇ ਫਿਰ ਹੀ V I ਦੇ ਪ੍ਰੋਪੋਰਸ਼ਨਲ ਹੈ। ਠੀਕ ਹੈ, ਚਲੋ ਅਗਰ ਇਹ ਹੈ ਬੇਟਾ ਜੀ, ਦੈਨ ਤੁਹਾਡੀ +2 ਦਾ ਜੋ ਫਸਟ ਪ੍ਰੈਕਟੀਕਲ ਹੈ, ਵੈਸੇ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਬਹੁਤ ਪ੍ਰੈਕਟੀਕਲ ਤੁਹਾਨੂੰ ਕਰਵਾਉਣੇ ਸੀ, +1 ਚ ਵੀ ਕਰਾਉਣੇ ਸੀ ਤੇ +2 ਵੀ ਕਰਾਉਣੇ ਸੀ, ਬਟ ਕੋਰੋਨਾ ਨੇ ਅੱਧੇ ਪ੍ਰੈਕਟੀਕਲ ਆਪਣੇ ਖਾ ਗਏ, ਕੋਰੋਨਾ ਹੀ ਆਪਣਾ ਅੱਧੇ ਪ੍ਰੈਕਟੀਕਲ ਖਾ ਗਿਆ, ਨਹੀਂ ਤਾਂ ਅਦਰਵਾਈਜ਼ ਸਾਰਾ ਕੁਝ ਤੁਹਾਨੂੰ ਕਰਾਉਣਾ ਸੀ। ਠੀਕ ਹੈ, ਬਟ ਤੁਹਾਡੇ ਸਕੂਲ ਦੇ ਪ੍ਰੈਕਟੀਕਲ ਦੇ ਕਰਿਕੂਲਮ ਦੇ ਅਕੋਰਡਿੰਗ ਅਗਰ ਮੈਂ ਬੋਲਾਂ, ਅਗਰ ਤੁਹਾਡੇ ਸਕੂਲ ਦੇ ਕਰਿਕੂਲਮ ਦੇ ਅਕੋਰਡਿੰਗ ਬੋਲਾਂ ਤਾਂ ਫਿਰ ਤੁਹਾਡੀ +2 ਦੇ ਵਿੱਚ ਬੇਟਾ ਜੀ ਜੋ ਫਿਜ਼ਿਕਸ ਦਾ ਫਸਟ ਪ੍ਰੈਕਟੀਕਲ ਆਪਣੇ ਸਕੂਲ ਦੇ ਵਿੱਚ ਕਰਵਾਇਆ ਜਾਂਦਾ ਨਾ, ਉਹ ਇਹ ਹੁੰਦਾ ਹੈ। ਤੁਹਾਨੂੰ ਇੱਕ ਆਪਰੇਟਸ ਮਿਲੇਗਾ ਤੁਹਾਡੇ ਸਕੂਲ ਦੇ ਵਿੱਚ, ਜੋ ਆਪਰੇਟਸ ਕੁਝ ਇਸ ਤਰ੍ਹਾਂ ਦਾ ਹੋਏਗਾ, ਨਜ਼ਰ ਆ ਰਿਹਾ ਹੈ ਜੀ ਸਾਰਿਆਂ ਨੂੰ, ਓਮਸ ਲਾਅ ਆਪਰੇਟਸ। ਹਾਂ, ਸੋ ਇਸ ਓਮਸ ਲਾਅ ਆਪਰੇਟਸ ਦੇ ਵਿੱਚ ਇੱਕ ਵੋਲਟਮੀਟਰ ਹੈ ਜੀ, ਵੋਲਟਮੀਟਰ ਬੇਟਾ ਜੀ ਜੋ ਵੋल्टेज मेजर करेगा, एक एमीटर है जो करंट मेजर करेगा, एंड ये ਹੁੰਦਾ ਹੈ ਰਿਓਸਟੈਟ। ਆਈ ਹੋਪ ਤੁਸੀਂ ਰਿਓਸਟੈਟ ਨੂੰ ਵੀ ਕਦੇ ਨਾ ਕਦੇ ਆਪਣੇ ਸਕੂਲ ਕਲਾਸਿਸ ਵਿੱਚ ਜ਼ਰੂਰ ਦੇਖਿਆ ਹੋਵੇਗਾ, ਰਿਓਸਟੈਟ ਜਿਸ ਦੇ ਨਾਲ ਆਪਾਂ ਰੈਜ਼ਿਸਟੈਂਸ ਵੇਰੀ ਕਰਾਂਗੇ। ਠੀਕ ਹੈ, ਸੋ ਇੱਥੇ ਬੇਟਾ ਜੀ ਆਪਾਂ ਇਸ ਤੋਂ ਬਾਅਦ ਸੈੱਲ ਜਾਂ ਬੈਟਰੀ ਲਗਾਵਾਂਗੇ। ਰੈਡ ਟਰਮੀਨਲ ਨਾਰਮਲੀ ਪੋਜ਼ਿਟਿਵ ਵਾਸਤੇ ਯੂਜ਼ ਕੀਤਾ ਜਾਂਦਾ ਹੈ, ਬਲੈਕ ਟਰਮੀਨਲ ਨਾਰਮਲੀ ਨੈਗੇਟਿਵ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਐਂਡ ਇਸ ਓਮਸ ਲਾਅ ਆਪਰੇਟਸ ਦੀ ਜੋ ਸਰਕਟ ਡਾਇਗਰਾਮ ਹੈ ਉਹ ਤੁਹਾਨੂੰ ਇਸ ਆਪਰੇਟਸ ਦੇ ਉੱਪਰ ਹੀ ਦਿਖਾਈ ਦੇ ਰਹੀ ਹੈ, ਜੋ ਇਸ ਦੀ ਸਰਕਟ ਡਾਇਗਰਾਮ ਹੈ। ਠੀਕ ਹੈ, ਚਲੇ ਵੋਲਟਮੀਟਰ ਪੋਟੈਂਸ਼ੀਅਲ ਦੱਸੇਗਾ, ਐਮੀਟਰ ਆਪਾਂ ਨੂੰ ਕਰੰਟ ਦੱਸੇਗਾ, ਐਂਡ MA ਦਾ ਮਤਲਬ ਮਿਲੀ ਐਮੀਟਰ ਹੈ, ਐਂਡ ਇਸ ਐਮੀਟਰ ਦੇ ਥਰੂ ਜੋ ਕਰੰਟ ਆਏਗਾ ਉਹ ਤੁਹਾਡਾ ਮਿਲੀ ਐਂਪੀਅਰ ਦੇ ਵਿੱਚ ਹੋਏਗਾ। ਚਲੇ ਇਹ ਆਪਰੇਟਸ ਲਾਈਵ ਪਰਫਾਰਮ ਕਰਕੇ ਦਿਖਾਉਣਾ ਹੁੰਦਾ ਮੈਂ ਕਲਾਸ ਦੇ ਵਿੱਚ। ਸੋ ਮੈਂ ਫਿਰ ਕਹਿ ਚੁੱਕਿਆ ਸਿਰਫ यही ਆਪਰੇਟਸ ਨਹੀਂ ਬੇਟਾ, ਕਾਫੀ ਕੁਝ और ਵੀ ਹੈ। ਸੋ ਜੋ ਤੁਹਾਡੇ ਨਾਲ ਸ਼ੇਅਰ ਕਰਨਾ ਸੀ, ਬਸ ਕਰੋਨਾ ਜਲਦੀ ਮੈਨੂੰ ਲੱਗਦਾ ਹੁਣ ਖਤਮ ਹੋ ਜਾਏਗਾ ਤੇ ਆਪਾਂ ਜਲਦੀ ਕਲਾਸ ਮਿਲਾਂਗੇ ਤੇ ਕਾਫੀ ਪ੍ਰੈਕਟੀਕਲ ਮੈਂ ਤੁਹਾਡੇ ਨਾਲ और ਵੀ ਸ਼ੇਅਰ ਕਰਾਂਗਾ। ਠੀਕ ਹੈ, ਚਲਿए ਫਿਲਹਾਲ ਤਾਂ ਇਹ ਹੈ ਕਿ ਸਰਕਟ ਜੋ ਹੈ ਨਾ ਤੁਹਾਡੇ ਓਮਸ ਲਾਅ ਆਪਰੇਟਸ ਦੀ ਜੋ ਸਰਕਟ ਡਾਇਗਰਾਮ ਹੈ ਉਹ ਇਹ ਹੈ ਜੀ। ਇਹ ਕੀ ਲੱਗੀ ਹੋਈ ਹੈ ਇਹ ਵਾਲੀ, ਇਹ ਕੀ ਹੈ ਜੀ, ਆਪਣੀ ਔਨ ਆਫ ਕਰਾਂਗੇ ਇਸ ਨੂੰ ਆਪਾਂ। ਐਂਡ ਇਸ ਤੋਂ ਬਾਅਦ ਇੱਕ ਰਿਓਸਟੈਟ ਹੈ ਬੇਟਾ ਜੀ ਤੁਹਾਡਾ, ਇੱਕ ਐਮੀਟਰ ਹੈ, ਇੱਕ ਵੋਲਟਮੀਟਰ ਹੈ, ਇੱਕ ਰੈਜ਼ਿਸਟੈਂਸ ਇਸ ਦੇ ਕ੍ਰਾਸ ਆ ਗਈ ਤੇ ਇੱਕ ਬੈਟਰੀ ਆ ਗਈ। ਠੀਕ ਹੈ ਜੀ, ਓਕੇ ਹੈ। ਚਲਿਏ ਸੋ ਹੁਣ ਜਦੋਂ ਇੱਥੇ ਤੁਸੀਂ ਸੈੱਲ ਲਗਾਓਗੇ, ਦੈਨ ਸੈੱਲ ਲਗਾਉਣ ਤੋਂ ਬਾਅਦ ਫਿਰ ਰਿਓਸਟੈਟ ਨੂੰ ਵੇਰੀ ਕਰੋਗੇ, ਰਿਓਸਟੈਟ ਨੂੰ ਵੇਰੀ ਕਰਨ ਤੋਂ ਬਾਅਦ ਫਿਰ ਆਪਾਂ ਵੋਲਟਮੀਟਰ ਦੀਆਂ ਕੁਝ ਰੀਡਿੰਗ ਦੇਖਾਂਗੇ, ਫਿਰ ਆਪਾਂ ਐਮੀਟਰ ਦੀਆਂ ਜੋ ਕੁਝ ਰੀਡਿੰਗਸ ਨੇ ਉਹ ਦੇਖਾਂਗੇ ਬੇਟਾ ਜੀ। ਐਂਡ ਉਸ ਤੋਂ ਬਾਅਦ ਫਿਰ ਨੈਕਸਟ ਜਿਹੜਾ ਹੈਗਾ फिर अपने सर्किट दे विच जो ये है वो प्रूव हो जाएगा। ठीक है, चलिए फिलहाल जो मैं कह रहा सी जी, सो इतने सैल लगाया, सैल लगाने तो बाद रियोस्टैट वेरी करांगे तो वोल्टमीटर दी कुछ रीडिंग्स आउण गियां, करंट दी कुछ रीडिंग्स आउण गियां, एंड वोल्टमीटर दी कुछ रीडिंग यूज करके फिर आपां फाइनली एक टेबल बनावांगे इस तरह दा। आई होप जी सो तुसीं शायद 10th ਕਲਾਸ ਦੇ ਵਿੱਚ ਵੀ ਇਸ ਤਰ੍ਹਾਂ ਦਾ ਪ੍ਰੈਕਟੀਕਲ ਕੀਤਾ ਹੋਵੇ। 10th ਕਲਾਸ ਦੇ ਵਿੱਚ ਵੀ ਸਪੋਜ਼ ਇਹ 20 ਵੋਲਟ ਆਇਆ ਜੀ, ਇਹ 10 एम्पीयर आया जी, then आउटपुट ਜਿਹੜੀ आ गई वो ਤੁਹਾਡੀ 2 आ गई। सो ये अगर 10 आ गया, ये 5 आ गया, तो फिर ये 2 आ गई जी। सिमिलरली बाकी रीडिंग्स जी वेरी गुड, ਸਾਰੇ ਸਟੂਡੈਂਟਸ ਨੇ 10th ਕਲਾਸ ਵੀ ਇਹ ਪ੍ਰੈਕਟੀਕਲ ਕੀਤਾ। ਤਾਂ ਮੈਂ ਕਿਹਾ ਸੀ ਨਾ ਇਹ ਤਾਂ ਨਾਰਮਲ ਪ੍ਰੈਕਟੀਕਲ ਨੇ ਜੋ ਸਕੂਲ ਚ ਕਰਵਾਏ ਜਾਂਦੇ ਨੇ, ਆਪਾਂ ਤਾਂ ਆਪਣੀ ਕਲਾਸ ਦੇ ਵਿੱਚ ਉਹ ਪ੍ਰੈਕਟੀਕਲ ਕਰਦੇ ਹੁੰਦੇ ਆ ਜੀ ਜੋ ਪ੍ਰੈਕਟੀਕਲ ਆਪਣੇ ਨਾਰਮਲ ਬਠਿੰਡਾ ਚ ਨਹੀਂ ਮਿਲਦੇ ਨਾ। ਯੂ ਨੋ ਵੈਰੀ ਵੈਲ, यू नो बेटर देन मी जी। सो चलिए फिलहाल अगर ये है तो फिर बेटा जी ਆਪਾਂ ਪੋਟੈਂਸ਼ੀਅਲ ਦੀਆਂ ਕੁਝ ਰੀਡਿੰਗਸ ਦੇਖ ਲਈਆਂ, ਕਰੰਟ ਦੀਆਂ ਕੁਝ ਰੀਡਿੰਗਸ ਦੇਖ ਲਈਆਂ। ਇਹਨਾਂ ਰੀਡਿੰਗਸ ਨੂੰ ਯੂਜ਼ ਕਰਕੇ ਆਪਾਂ ਜਦੋਂ V ਤੇ I ਦੀ ਰੇਸ਼ੋ ਦੇਖੀ ਨਾ ਤਾਂ V ਤੇ I ਦੀ ਰੇਸ਼ੋ ਸੇਮ ਆ ਰਹੀ ਸੀ। ਐਂਡ ਅਗਰ V ਤੇ I ਦੀ ਰੇਸ਼ੋ ਸੇਮ ਆ ਰਹੀ ਸੀ ਦੈਨ ਇਸ ਰੇਸ਼ੋ ਤੋਂ ਹੀ
ओम्स ने ये डिसाइड किया भी अगर ਆਪਾਂ ਇਸ ਪ੍ਰੋਪੋਰਸ਼ਨੈਲਿਟੀ ਸਾਈਨ ਨੂੰ ਰਿਮੂਵ ਕਰ ਦਈਏ, ਅਗਰ ਆਪਾਂ ਇਸ ਪ੍ਰੋਪੋਰਸ਼ਨੈਲਿਟੀ ਸਾਈਨ ਨੂੰ ਰਿਮੂਵ ਕਰ ਦਈਏ ਤਾਂ ਫਿਰ ਪ੍ਰੋਪੋਰਸ਼ਨੈਲਿਟੀ ਜੋ ਕਾਂਸਟੈਂਟ ਲੱਗਿਆ ਉਸ ਕਾਂਸਟੈਂਟ ਨੂੰ ਬੋਲਿਆ ਗਿਆ ਐਜ਼ ਏ resistance of your circuit. So this is the way ਜਿਸ ਦੇ ਨਾਲ ਆਪਣੀ ਫਿਜ਼ਿਕਸ ਦੇ ਵਿੱਚ resistance ਜੋ physical quantity ਸੀ ਇਹ ਇੰਟਰੋਡਿਊਸ ਕੀਤੀ ਗਈ ਬੇਟਾ ਜੀ। ਸੋ resistance ਇਸ ਤਰ੍ਹਾਂ ਇੰਟਰੋਡਿਊਸ ਕੀਤੀ ਗਈ ਐਂਡ ਆਈ ਹੋਪ ਜੀ ਸੋ ਮੇਰੇ ਸਟੂਡੈਂਟ ਨੂੰ ਆਪਣੇ ਇਸ ਯੂਨਿਟ ਦਾ ਥਰਡ ਪਾਰਟ ਜਿਹੜਾ ਹੈਗਾ ਉਹ ਜ਼ਰੂਰ ਸਮਝ ਆ ਰਿਹਾ ਹੋਏਗਾ ਵੀ ਅਗਰ ਕਿਸੇ ਵੀ ਕੰਡਕਟਰ ਦੇ ਕ੍ਰਾਸ ਪੋਟੈਂਸ਼ੀਅਲ ਅਪਲਾਈ ਕਰਾਂਗੇ ਦੈਨ ਜਿੰਨਾ ਜ਼ਿਆਦਾ ਪੋਟੈਂਸ਼ੀਅਲ ਹੋਏਗਾ ਫਲੋ ਉਨਾ ਜ਼ਿਆਦਾ ਹੋਏਗਾ, ਕਰੰਟ ਉਨਾ ਜ਼ਿਆਦਾ ਹੋਏਗਾ, ਬਟ ਇਹ ਸਾਰਾ ਕੁਝ ਉਦੋਂ ਹੋਏਗਾ ਜਦੋਂ ਇਹ ਕੰਡੀਸ਼ਨ ਸੇਮ ਰਹਿਣਗੀਆਂ। ਅਗਰ ਕੰਡੀਸ਼ਨ ਸੇਮ ਨੇ ਤਾਂ ਵੀ ਆਈ ਦੇ ਪ੍ਰੋਪੋਰਸ਼ਨਲ ਹੈ। ਆਪਾਂ ਇਸ ਚੀਜ਼ ਨੂੰ ਥਰੂ ਪ੍ਰੈਕਟੀਕਲ ਵੀ ਚੈੱਕ ਕਰ ਸਕਦੇ ਹਾਂ ਐਂਡ ਜੋ ਮੈਂ ਹੁਣੇ ਆਪਰੇਟਰ ਸ਼ੋ ਕੀਤਾ ਦੈਨ ਇਸ ਆਪਰੇਟਰਸ ਦੇ ਅਕ੍ਰੋਸ ਆਪਾਂ ਇਹ ਪ੍ਰੋਪੋਰਸ਼ਨੈਲਿਟੀ ਸਾਈਨ ਪ੍ਰੂਵ ਕਰ ਲਈ, ਦੈਨ ਪ੍ਰੋਪੋਰਸ਼ਨੈਲਿਟੀ ਸਾਈਨ ਨੂੰ ਰਿਮੂਵ ਕਰਕੇ ਓਮਸ ਨੇ ਆਪਣੇ ਇਸ ਕਾਂਸਟੈਂਟ ਨੂੰ ਇੰਟਰੋਡਿਊਸ ਕੀਤਾ ਜਿਸ ਨੂੰ ਬੋਲਿਆ ਗਿਆ ਐਜ਼ ਏ ਰੈਜ਼ਿਸਟੈਂਸ ਜੀ। ਐਂਡ ਇਸ ਤੋਂ ਪਹਿਲਾਂ ਮੈਂ ਆਪਣੀ ਰੈਜ਼ਿਸਟੈਂਸ ਨੂੰ ਔਰ ਡਿਟੇਲ ਦੇ ਵਿੱਚ ਕਲੀਅਰ ਕਰਨਾ ਸ਼ੁਰੂ ਕਰਾਂ ਬਿਕੋਜ਼ ਮੇਰਾ ਕੱਲ ਦਾ ਬੇਟਾ ਫੁੱਲ ਲੈਕਚਰ ਰੈਜ਼ਿਸਟੈਂਸ ਦੇ ਉੱਪਰ ਹੀ ਹੋਏਗਾ। ਮੇਰਾ ਕੱਲ ਦਾ ਫੁੱਲ ਲੈਕਚਰ ਰੈਜ਼ਿਸਟੈਂਸ ਦੇ ਉੱਪਰ ਹੀ ਹੋਏਗਾ। ਇਸ ਤੋਂ ਪਹਿਲਾਂ ਮੈਂ ਹੁਣ ਆਪਣੇ ਅੱਜ ਦੇ ਲੈਕਚਰਸ ਦਾ ਜੋ ਵੀ ਟਾਈਮ ਰਹਿ ਗਿਆ ਉਸ ਦੇ ਵਿੱਚ ਰੈਜ਼ਿਸਟੈਂਸ ਦੇ ਕੁਝ ਪੁਆਇੰਟਸ ਤੁਹਾਡੇ ਨਾਲ ਸ਼ੇਅਰ ਕਰਨੇ ਸ਼ੁਰੂ ਕਰਾਂ। ਉਸ ਤੋਂ ਪਹਿਲਾਂ ਉਮੀਦ ਹੈ ਮੇਰੇ ਸਟੂਡੈਂਟ ਨੂੰ 10th ਕਲਾਸ ਦਾ ਕੋਈ ਨਾ ਕੋਈ ਕਨਸੈਪਟ ਜ਼ਰੂਰ ਯਾਦ ਆ ਗਿਆ ਹੋਏਗਾ। अगर ਤੁਹਾਨੂੰ 10th क्लास ਦਾ ਕਨਸੈਪਟ ਯਾਦ ਆ ਗਿਆ ਤਾਂ ਫਿਰ ਓਮਸ ਲਾਅ ਯਾਦ ਆ ਗਿਆ। ਅਗਰ ਓਮਸ ਲਾਅ ਯਾਦ ਆ ਗਿਆ ਤਾਂ ਫਿਰ ਓਮਸ ਲਾਅ ਦੇ ਵਿੱਚ ਜੋ ਰੈਜ਼ਿਸਟੈਂਸ ਹੈ ਨਾ ਹੁਣ ਆਪਾਂ ਇਸ ਦੇ ਉੱਪਰ ਫੋਕਸ ਕਰਨ ਲੱਗੇ ਹਾਂ। ਫਾਈਨਲੀ V is equal to IR and R ਹੈ ਜੀ ਹਮਾਰੀ ਰੈਜ਼ਿਸਟੈਂਸ। ਸੋ ਮੇਰੇ ਨੈਕਸਟ 2-3 ਲੈਕਚਰ ਬੇਟਾ ਰੈਜ਼ਿਸਟੈਂਸ ਦੇ ਉੱਪਰ ਹੀ ਹੋਣਗੇ, ਬਸ ਯਾਦ ਰੱਖਿਓ ਠੀਕ ਹੈ। ਨੈਕਸਟ 2-3 ਲੈਕਚਰ ਮੇਰੇ ਰੈਜ਼ਿਸਟੈਂਸ ਦੇ ਉੱਪਰ ਹੀ ਹੋਣਗੇ। ਕਿਸੇ ਸਟੂਡੈਂਟ ਨੇ ਰੈਜ਼ਿਸਟੈਂਸ ਦੇਖੀ ਹੈ ਕਦੇ ਜੀ? ਕਿਸੇ ਸਟੂਡੈਂਟ ਨੇ ਰੈਜ਼ਿਸਟੈਂਸ ਦੇਖੀ ਹੈ? ਇਸ ਤਰ੍ਹਾਂ ਦੀ ਰੈਜ਼ਿਸਟੈਂਸ ਹੁੰਦੀ ਹੈ, ਇਸ ਤਰ੍ਹਾਂ ਦੀ ਇਹ ਹੈ ਜੀ ਰੈਜ਼ਿਸਟੈਂਸ, ਇਹ ਹੈ ठीक है। सो रेजिस्टेंस कैसे होती है ये वाला, वेरी गुड। एंड रेजिस्टेंस ਤੁਹਾਡੇ ਸਰਕਟ ਦੇ ਵਿੱਚ ਜਿਵੇਂ ਇਹ ਚਿਪ ਹੈ, ਕੋਈ ਬੱਚੇ ਦਾ ਇੱਕ ਟॉय ਕਾਰ ਹੈਗੀ ਸੀ, ਇੰਸੂਲੇਟਰਸ ਨਹੀਂ ਹੁੰਦੀ, ਹਾਂ ਬਰੀਆ ਠੀਕ ਹੈ ਬਾਅਦ ਚ ਦੇਖਾਂਗੇ ਹਲੇ ਤਾਂ ਉਹ। ਸੋ ਕੋਈ ਇਸ ਤਰ੍ਹਾਂ ਦੀ ਚਿਪ ਹੁੰਦੀ ਹੈ ਬੇਟਾ ਜੀ ਐਂਡ ਅਗਰ ਇਹ ਚਿਪ ਹੁੰਦੀ ਹੈ ਤਾਂ ਫਿਰ ਇਹ ਚਿਪ ਨਾ ਮੈਂ ਕਿਸੇ ਬੱਚੇ ਦੀ ਟॉय ਕਾਰ ਦੇ ਵਿੱਚੋਂ ਨਿਕਾਲ ਕੇ ਲੈ ਕੇ ਆਇਆ, ਦੱਸਿਓ ਨਾ ਠੀਕ ਹੈ, ਉੱਚੀ ਨਾ ਬੋਲਿਓ ਮੇਰੇ ਪੈ ਜਾਣਗੇ। ਸੋ ਕਿਸੇ ਬੱਚੇ ਦੀ ਟॉय ਕਾਰ ਦੇ ਵਿੱਚੋਂ ਇਹ ਛੋਟੀ ਜਿਹੀ ਚਿਪ ਮੈਂ ਹੁਣੇ ਰਿਮੂਵ ਕਰਕੇ ਲੈ ਕੇ ਆਇਆ। ਅਗਰ ਇਹ ਹੈ ਤਾਂ ਇਸ ਦੇ ਵਿੱਚ ਇਹ ਬਲੈਕ ਜੇ ਕੀ ਨੇ ਡਿਸਕਸ ਕਰਾਂਗੇ ਲੇਟਰ ਔਨ, ਤੁਹਾਡੇ ਸਿਲੇਬਸ ਚ ਆਏਗਾ। ਇਸ ਨੂੰ ਬੋਲਾਂਗੇ ਆਪਾਂ ट्रांजिस्टर। ये क्या है पता है? ये क्या है? ये ब्लैक जा, ये ब्लैक जा पता क्या है? ये ब्लैक जा है कैपेसिटर, ये है जी कैपेसिटर, ठीक है। सो ये है बेटा जी कैपेसिटर, ये है जी ਤੁਹਾਡੇ ट्रांजिस्टर। ट्रांजिस्टर वाले ਤੁਸੀਂ ਪੜ੍ਹਨੇ ਨੇ, कैपेसिटर ਤੁਸੀਂ ਪੜ੍ਹ ਚੁੱਕੇ ਹੋ एंड जो डिवाइस में शो कर रहे हैं ये ग्रीन जा, ये ग्रीन जा ये है जी ਤੁਹਾਡੀ रेजिस्टेंस जी, ठीक है। सो रेजिस्टर ਆਪਾਂ ਕਹਾਂਗੇ इसको, ठीक है जी, वेरी गुड सोहेल। सो ये है जी रेजिस्टर, ये है जी कैपेसिटर एंड ये ट्रांजिस्टर। ट्रांजिस्टर पढ़ने ने, कैपेसिटर पढ़ चुके हो, फिर रेजिस्टर पढ़ने जा रहे हैं जब, ठीक है क्लियर। चलो ਹੁਣ ਮੇਰੇ ਸਟੂਡੈਂਟ ਨੂੰ ਪਤਾ ਲੱਗ ਗਿਆ ਵੀ ਰੈਜ਼ਿਸਟਰ ਜਾਂ ਰੈਜ਼ਿਸਟੈਂਸ ਹੁੰਦੀ ਕਿਹੋ ਜਿਹੀ ਹੈ। ਮੇਰੇ ਸਟੂਡੈਂਟ ਨੂੰ ਇਹ ਪਤਾ ਲੱਗ ਗਿਆ ਰੈਜ਼ਿਸਟੈਂਸ ਹੁੰਦੀ ਕਿਹੋ ਜਿਹੀ ਹੈ, ਮੇਰੇ ਸਟੂਡੈਂਟ ਨੂੰ ਇਹ ਪਤਾ ਲੱਗ ਗਿਆ ਰੈਜ਼ਿਸਟੈਂਸ ਯੂਜ਼ ਕਿੱਥੇ ਹੁੰਦੀ ਹੈ। ਐਂਡ ਅਗਰ ਇਹ ਸਾਰਾ ਕੁਝ ਪਤਾ ਲੱਗ ਗਿਆ ਤਾਂ ਕਿਉਂ ਨਾ ਕੁਝ ਇੰਪੋਰਟੈਂਟ ਜੇ ਜੋ ਪੁਆਇੰਟ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਨੇ ਸ਼ੁਰੂ ਕਰੀਏ, ਫਿਰ ਆਪਾਂ ਅੱਗੇ ਚੱਲਾਂਗੇ, ਠੀਕ ਹੈ। ਚਲੋ ਅਗਰ ਅੱਗੇ ਚੱਲਾਂਗੇ ਦੈਨ ਉਸ ਤੋਂ ਪਹਿਲਾਂ ਕਿਉਂ ਨਾ ਆਪਾਂ ਓਮਸ ਲਾਅ ਨੂੰ ਪ੍ਰੂਵ ਕਰ ਲਈਏ ਮੈਥਮੈਟਿਕਲੀ। ਇਸ ਨੂੰ ਤੁਸੀਂ ਪ੍ਰੈਕਟੀਕਲੀ ਤਾਂ ਪ੍ਰੂਫ ਕਰ ਹੀ ਰਹੇ ਹੋ, ਤੁਸੀਂ ਇਸ ਨੂੰ ਪ੍ਰੈਕਟੀਕਲੀ ਤਾਂ ਪ੍ਰੂਫ ਆਲਰੇਡੀ ਕਰ ਚੁੱਕੇ ਹੋ 10th ਕਲਾਸ ਦੇ ਵਿੱਚ, ਜਾਂ ਜੋ ਹੋਣੀ ਆਪਰੇਟਰਸ ਸ਼ੋ ਕੀਤਾ ਸੀ ਦੈਨ ਉਸ ਆਪਰੇਟਰਸ ਦੇ ਥਰੂ ਵੀ ਤੁਸੀਂ ਇਸ ਓਮਸ ਲਾਅ ਨੂੰ ਪ੍ਰੂਵ ਕਰ ਸਕਦੇ ਹੋ। ਬਟ ਹੁਣ ਮੈਂ ਇਸ ਨੂੰ ਪ੍ਰੂਵ ਕਰਨ ਲੱਗਾ ਮੈਥਮੈਟਿਕਲੀ। ਸੋ ਪ੍ਰੂਫ ਆਫ ਯਰ ਓਮਸ ਲਾਅ ਜੀ, ਸੋ ਪ੍ਰੂਫ ਮੈਂ ਡਿਸਕਸ ਕਰਨ ਲੱਗਾ। ਸੋ ਓਮਸ ਲਾਅ ਦੇ ਪ੍ਰੂਫ ਦੇ ਲਈ ਜੋ ਅੱਜ ਆਪਾਂ ਆਪਣੇ ਇਸ ਯੂਨਿਟ
ਪਾਰਟ ਕੰਪਲੀਟ ਕੀਤਾ ਹੈ ਨਾ ਐਂਡ ਉਸ ਪਾਰਟ ਦੀਆਂ ਜੋ ਡੈਰੀਵੇਸ਼ਨ ਹੈਗੀਆਂ ਸੀ ਉਸ ਪਾਰਟ ਦੇ ਜੋ ਰਿਜ਼ਲਟ ਹੈਗੇ ਸੀ वही रिजल्ट मैं यूज करके मैं ओम्स लॉ ਨੂੰ ਡਰਾਈਵ ਕਰਨ ਜਾ ਰਿਹਾ ਠੀਕ ਹੈ ਦੇਖिए ਫਿਰ ਕਿਹੜੇ ਕਿਹੜੇ ਰਿਜ਼ਲਟ ਸੀ ਇੱਕ ਤਾਂ ਡ੍ਰਿਫਟ ਵੈਲੋਸਿਟੀ ਵਾਲਾ ਸੀ ਬਈ E कैपिटल E अपॉन M into tau वाला एंड अगर A सी तो ਤੁਹਾਨੂੰ ਇਹ ਵੀ ਪਤਾ ਹੈ ਵੀ ਇਲੈਕਟ੍ਰਿਕ ਫੀਲਡ ਪੋਟੈਂਸ਼ੀਅਲ अपॉन ਲੈਂਥ ਦੇ ਇਕੁਅਲ ਹੁੰਦਾ ਹੈ EV by L ਦੇ ਇਕੁਅਲ ਹੁੰਦਾ ਹੈ ਐਂਡ ਤੁਹਾਨੂੰ ਇਹ ਵੀ ਪਤਾ ਹੈ ਵੀ ਜੋ ਕਰੰਟ ਹੁੰਦਾ ਹੈ ਉਹ ਵੀ NAE VD ਦੇ ਇਕੁਅਲ ਹੁੰਦਾ ਹੈ अगर अपन VD का एक्सप्रेशन इतने यूज कर लिए देन ये आ जाएगा NAE into EV upon M into L into डाउ जी अगर ये आ जाएगा तो फिर थोड़ा टर्म्स ਨੂੰ ਆਪਾਂ ਰੀਅਰੇਂਜ ਕਰ ਲਈਏ ਜੀ ਟਰम्स ਨੂੰ ਰੀਅਰੇਂਜ ਕਰਨ ਤੋਂ ਬਾਅਦ ਸੋ ਤੁਹਾਡੇ ਕੋਲ ਆਊਟਪੁੱਟ ਆ ਰਹੀ ਹੈ ਇਟਸ n e square tau upon your mg and into your ag into your lg into your vg ठीक है n E square tau upon M into A upon L into V चलिए सो अगर ये है तो फ्रॉम दिस V by I A I उधर चला गया ये सारी टर्म उधर चलेगी अगर ये सारी टर्म इधर चलेगी तो फिर ਤੁਹਾਡੇ ਕੋਲੇ आउटपुट कुछ इस तरह ਦੀ ਆ ਗਈ फिर अगर इस तरह ਦੀ आउटपुट आ गई then ohms अपने ऑपरेटर्स के थ्रू ohms अपने प्रैक्टिकल के थ्रू जो प्रोपोर्शनलिटी डिसाइड कर चुके सी जो ये लॉ बना चुके सी देन अगर आप इस लॉ ਨੂੰ ਹੁਣ अपनी इस मैथमेटिकल इक्वेशन ਦੇ ਨਾਲ कंपेयर करिए तो फिर मेरे स्टूडेंट्स ਨੂੰ रेजिस्टेंस ਨੂੰ कैलकुलेट का मिल रहा है एंड वो बढ़िया सा फॉर्मूला ਤੁਹਾਡਾ ये है जी सो दिस इज द फॉर्मूला ਜਿਸ ਦੇ ਨਾਲ ਤੁਸੀਂ ਰੈਜ਼ਿਸਟੈਂਸ ਜਿਹੜੀ ਹੈਗੀ ਬੇਟਾ ਜੀ ਉਸ ਨੂੰ ਕੈਲਕੂਲੇਟ ਕਰ ਸਕਦੇ ਹੋ ਦਿਸ ਇਜ਼ ਦਾ ਫਾਰਮੂਲਾ ਜਿਸ ਦੇ ਨਾਲ ਆਪਾਂ ਹੁਣ ਡਿਫਰੈਂਟ ਕੰਡਕਟਰਸ ਦੇ ਥਰੂ ਜੋ ਰੈਜ਼ਿਸਟੈਂਸ ਹੋਏਗੀ ਉਹ ਕੈਲਕੂਲੇਟ ਕਰਾਂਗੇ ਐਂਡ ਇਹ ਫਾਰਮੂਲਾ ਤੁਹਾਨੂੰ ਇਹ ਦੱਸ ਰਿਹਾ ਹੈ ਇਹ ਫਾਰਮੂਲਾ ਤੁਹਾਨੂੰ ਇਹ ਦੱਸ ਰਿਹਾ ਹੈ ਵੀ ਅਗਰ ਕਿਸੇ ਵੀ ਕੰਡਕਟਰ ਦੀ ਲੈਂਥ ਵੇਰੀ ਹੋਏਗੀ ਕਿਸੇ ਵੀ ਕੰਡਕਟਰ ਦਾ ਏਰੀਆ ਵੇਰੀ ਹੋਏਗਾ ਐਂਡ ਮਾਸ ਆਫ ਇਲੈਕਟ੍ਰੋਨ ਤੇ ਇਲੈਕਟ੍ਰੋਨ ਚਾਰਜ ਦਾ ਸੇਮ ਹੀ ਹੋਏਗਾ ਅਗਰ ਕੰਡਕਟਰ ਦਾ ਮਟੀਰੀਅਲ ਚੇਂਜ ਹੋ ਗਿਆ ਤਾਂ ਰਿਲੈਕਸੇਸ਼ਨ ਟਾਈਮ ਚੇਂਜ ਹੋ ਜਾਏਗਾ n ਨੂੰ ਨੰਬਰ ਡੈਂਸਿਟੀ ਬੋਲ ਦਿੰਦੇ ਨੇ ਨੰਬਰ ਡੈਂਸਿਟੀ ਮਤਲਬ number of electrons per unit volume you know very well from your last derivations जो ਆਪਾਂ ਕੀਤੀਆਂ ਸੀ अगर ये है तो फिर resistance बेटा जी इन्ना parts ਦੇ ਉੱਪਰ depend ਕਰਦੀ ਹੈ resistance ਤੁਹਾਡੇ ਕੰਡਕਟਰ ਦੇ ਮਟੀਰੀਅਲ ਦੇ ਉੱਪਰ ਵੀ ਡਿਪੈਂਡ ਕਰਦੀ ਹੈ ਤੇ resistance ਤੁਹਾਡੇ ਕੰਡਕਟਰ ਦੀਆਂ dimensions ਦੇ ਉੱਪਰ ਵੀ ਡਿਪੈਂਡ ਕਰਦੀ ਹੈ the meaning of dimensions length of the conductor area of the conductor एंड मटेरियल का मतलब रिलैक्सेशन टाइम नंबर डेंसिटी ठीक है बेटा जी सो ये है जी ਤੁਹਾਡੇ ohms law ਦਾ ਇੱਕ ਬੈਸਟ ਜਿਹਾ ਪ੍ਰੂਫ ਜੀ ਸੋ ohms अपने ऑपरेटर के थ्रू जो लॉ प्रूव कर चुके थे उस लॉ ਨੂੰ अगर ਆਪਾਂ मैथमेटिकली देखिए तो वो लॉ इस तरह बन रहा से एंड अगर आप इस रिलेशन ਨਾਲ ਕੰਪੇਅਰ ਕਰੀਏ ਤਾਂ ਰੈਜ਼ਿਸਟੈਂਸ ਦੇ ਆਊਟਪੁੱਟ ਤੁਹਾਡੀ ਇਹ ਆ ਰਹੀ ਸੀ ਐਂਡ ਰੈਜ਼ਿਸਟੈਂਸ ਨੂੰ ਕੈਲਕੂਲੇਟ ਕਰਨ ਦਾ ਫਾਰਮੂਲਾ ਇਹ ਸੀ ਐਂਡ ਇਸ ਫਾਰਮੂਲੇ ਨੂੰ ਯੂਜ਼ ਕਰਕੇ ਆਪਾਂ ਅੱਗੇ ਨੈਕਸਟ ਮੂਵ ਕਰਾਂਗੇ ਇਸ ਤੋਂ ਪਹਿਲਾਂ ਅੱਗੇ ਚਲੀਏ ਬਿਫੋਰ ਦੈਟ ਐਨੀ ਡਾਊਟਸ ਸੋ ਫਾਰ ਇਨ ਦਿਸ ਪਾਰਟ ਆਫ ਯੂਰ ਡਿਸਕਸ਼ਨ हाँ वेरी गुड मेरे हुने एक स्टूडेंट ने हुने बोलिया भाई सर एक चीज बोलेगे क्या चीज है ओ डेरिवेशंस उन्ने टाइम तक नहीं आउंदियां जिन्ने टाइम तक आपां लिख के नहीं देख लेंदे सो लिख के नहीं देख लेंदे डू रिटन प्रैक्टिस वही स्टेप ने वही फॉर्मूले ने उन फॉर्मूलेस ਨੂੰ ਹੀ ਘੁਮਾਇਆ ਹੈ ਉਨ ਫਾਰਮੂਲੇਸ ਨੂੰ ਹੀ ਘੁਮਾਉਂਦੇ ਇੱਥੇ ਪਹੁੰਚੇ ਆ ਤੇ ਇੱਕ ਰੈਜ਼ਿਸਟੈਂਸ ਨੂੰ ਕੈਲਕੂਲੇਟ ਕਰਨ ਦਾ ਇੱਕ ਨਵਾਂ ਫਾਰਮੂਲਾ ਮਿਲਿਆ ਹੈ ਐਂਡ ਇਸ ਨਵੇਂ ਫਾਰਮੂਲੇ ਨੂੰ ਆਪਣੀ 5 रुपीस ਦੀ ਕਾਪੀ ਲਿਖ ਲਿਓ ਇਹ ਨਵਾਂ ਫਾਰਮੂਲਾ ਯੂਜ਼ ਹੋਏਗਾ ਥੋੜੇ ਡਿਫਰੈਂਟ ਨਿਊਮੈਰਿਕਲਸ ਦੇ ਵਿੱਚ ਠੀਕ ਹੈ ਚਲੇ ਅੱਗੇ ਚਲੋ ਇਸ ਤੋਂ ਪਹਿਲਾਂ ਅੱਗੇ ਚੱਲਣਾ ਨਾ ਉਸ ਤੋਂ ਪਹਿਲਾਂ ਇਸ ਫਾਰਮੂਲੇ ਦੇ ਰਿਲੇਟਡ ਹੀ ਬੇਟਾ ਜੀ ਇਹ ਫਾਰਮੂਲਾ ਵੀ ਹੁੰਦਾ ਹੈ ਯਾਦ ਹੈ ਕਿਸੇ ਨੂੰ 10th ਕਲਾਸ ਕੀਤੀ ਹੈ ਸਾਰੇ ਬੱਚਿਆਂ ਨੇ 10th ਕਲਾਸ ਕੀਤੀ ਹੈ ਹਾਂ ਵੈਰੀ ਗੁੱਡ ਇਸ ਸਿੰਬਲ ਜਿਸ ਨੂੰ ਰੋ ਬੋਲਦੇ ਹੁੰਦੇ ਦੈਨ ਇਸ ਰੋ ਦਾ ਨਾਮ ਕੀ ਹੁੰਦਾ ਹੈ ਬਈ ਐਨੀਵਨ What is the name of this row? Very good, Khushi. Very good, Akshay ji. इसमें बेटा specific resistance भी बोलते होंगे ने. This is known as your specific resistance, or maybe it is also known as your resistivity. So resistivity भी, ठीक है जी. एक नवी physical quantity, resistivity. अगर ये resistivity है, then इस relation में compare करो.
ਇਸ ਰਿਲੇਸ਼ਨ ਨਾਲ ਕੰਪੇਅਰ ਕਰੋ, length as it is, area as it is, resistance as it is. It means resistivity ਨੂੰ ਅਗਰ calculate ਕਰਨਾ ਹੈ ਤਾਂ resistivity ਦਾ formula ਇਹ ਹੈ, ਅਗਰ resistivity ਦਾ formula ਤੁਹਾਡਾ ਇਹ ਹੈ ਤਾਂ ਫਿਰ ਇਸ formula ਦੇ ਵਿੱਚ ਸੋ ਜੋ ਆਊਟਪੁੱਟ ਆ ਰਹੀ ਹੈ ਉਸਨੂੰ ਮੈਂ ਥੋੜਾ ਜਿਹਾ ਸਰਕਲ ਕਰ ਦੇਣਾ ਹੈ ਨਾ, ਉਸਨੂੰ ਥੋੜਾ ਜਿਹਾ ਮੈਂ ਹਾਈਲਾਈਟ ਕਰ ਦਿੰਦਾ ਜੀ, ਸੋ ਦੈਟ ਮੇਰੇ ਸਟੂਡੈਂਟ ਨੂੰ ਨਜ਼ਰ ਆਵੇ ਜੀ। ਠੀਕ ਹੈ, ਅਗਰ ਤੁਸੀਂ ਇਹ ਪੜਿਆ ਹੋਇਆ ਹੈ ਤੇ ਤੁਹਾਨੂੰ ਇੱਕ ਨਵਾਂ ਫਾਰਮੂਲਾ ਮਿਲ ਗਿਆ ਤਾਂ ਹੁਣ ਯਾਦ ਰੱਖਿਓ ਕਿਆ ਚੀਜ਼, ਧਿਆਨ ਨਾਲ ਸੁਣੋ, ਰੈਜ਼ਿਸਟੈਂਸ ਬਹੁਤ ਇੰਪੋਰਟੈਂਟ ਹੈ। ਮੇਰਾ ਕੱਲ ਦਾ ਲੈਕਚਰ ਇੱਥੋਂ ਸ਼ੁਰੂ ਹੋਏਗਾ। ਰੈਜ਼ਿਸਟੈਂਸ ਬੇਟਾ ਕਿਸੇ ਵੀ ਕੰਡਕਟਰ ਦੀ ਡਾਇਮੈਂਸ਼ਨਸ ਦੇ ਉੱਪਰ ਵੀ ਡਿਪੈਂਡ ਕਰਦੀ ਹੈ ਤੇ ਮਟੀਰੀਅਲ ਦੇ ਉੱਪਰ ਵੀ ਡਿਪੈਂਡ ਕਰਦੀ ਹੈ, ਬਟ ਕਿਸੇ ਵੀ ਕੰਡਕਟਰ ਦੀ ਰੈਜ਼ਿਸਟਿਵਿਟੀ ਤੁਹਾਡੇ ਕੰਡਕਟਰ ਦੀ ਲੈਂਥ ਤੇ ਏਰੀਆ ਤੇ ਡਿਪੈਂਡ ਨਹੀਂ ਕਰਦੀ। ਤੁਹਾਡੇ ਕਿਸੇ ਵੀ ਕੰਡਕਟਰ ਦੀ ਜੋ ਰੈਜ਼ਿਸਟਿਵਿਟੀ ਹੈ ਉਹ ਤੁਹਾਡੇ dimensions of conductor ਦੇ ਉੱਪਰ ਡਿਪੈਂਡ ਨਹੀਂ ਕਰਦੀ। resistivity depends only and only on the material of your conductor। ਠੀਕ ਹੈ, for example ਮੇਰੇ ਕੋਲ ਕੋਈ ਕੰਡਕਟਰ ਹੋਵੇ ਕਾਪਰ ਦਾ ਹੈ, ਐਂਡ ਅਗਰ ਮੈਂ ਇਸ ਕਾਪਰ ਦੇ ਕੰਡਕਟਰ ਦੀ ਲੈਂਥ ਨੂੰ ਡਬਲ ਕਰਦਾ ਤੇ ਏਰੀਆ ਨੂੰ ਹਾਫ ਕਰਦਾ ਤਾਂ ਫਿਰ ਬੇਟਾ ਜੀ ਜੋ ਰੈਜ਼ਿਸਟੈਂਸ ਹੋਏਗੀ ਉਹ ਪਹਿਲਾਂ ਨਾਲੋਂ ਕਿੰਨੇ ਟਾਈਮਸ ਹੋ ਜਾਏਗੀ। ਬਹੁਤ ਸਿੰਪਲ ਹੈ ਮੇਰੇ ਸਟੂਡੈਂਟ ਦੇ ਲਈ, ਮੇਰੇ ਕੋਲ ਕੋਈ ਕਾਪਰ ਕੰਡਕਟਰ ਸੀ, ਇਸ ਕਾਪਰ ਕੰਡਕਟਰ ਦੇ ਵਿੱਚ ਮੈਂ ਲੈਂਥ ਨੂੰ ਡਬਲ ਕਰਤਾ, ਰੈਜ਼ਿਸਟੈਂਸ ਆਪਣੀ ਏਰੀਆ ਨੂੰ ਹਾਫ ਕਰਤਾ। ਵੈਰੀ ਗੁੱਡ। ਸੋ ਅਗਰ ਮੈਂ ਇਸ ਕਾਪਰ ਕੰਡਕਟਰ ਦੀ ਲੈਂਥ ਨੂੰ ਡਬਲ ਕਰਤਾ, ਇਸ ਦਾ ਏਰੀਆ ਹਾਫ ਕਰਤਾ ਤਾਂ ਜੋ ਰੈਜ਼ਿਸਟੈਂਸ ਹੋਏਗੀ ਡਿਊ ਟੂ ਦਿਸ ਫਾਰਮੂਲਾ ਉਹ ਪਹਿਲਾਂ ਨਾਲੋਂ 4 ਟਾਈਮਸ ਹੋ ਜਾਏਗੀ। ਵੈਰੀ ਗੁੱਡ ਮਨਹਰਨ, ਵੈਰੀ ਗੁੱਡ, ਸ਼ਾਬਾਸ਼। ਸੋ ਇਟ ਮੀਨ ਇਸ ਰੈਜ਼ਿਸਟੈਂਸ ਜਿਹੜੀ ਹੈ ਕਿ ਬੇਟਾ ਜੀ ਉਹ ਪਹਿਲਾਂ ਨਾਲੋਂ 4 ਟਾਈਮਸ ਹੋ ਜਾਏਗੀ। ਬਟ ਅਗਰ ਮੈਂ ਰੈਜ਼ਿਸਟਿਵਿਟੀ ਪੁੱਛਾਂ ਨਾਓ, ਹੁਣ ਮੈਨੂੰ ਪਤਾ ਮੇਰੇ ਸਾਰੇ ਸਟੂਡੈਂਟ ਮੈਨੂੰ ਕਿਆ ਸੈਂਡ ਕਰਨਗੇ ਰੈਜ਼ਿਸਟਿਵਿਟੀ ਦਾ, नो चेंज, सेम, नो चेंज, बिल्कुल सेम। बहुत बढ़िया मनहरन, बहुत बढ़िया राजन, बहुत बढ़िया अक्षिता, बहुत बढ़िया आरू, बहुत बढ़िया मुस्कान, बहुत बढ़िया रसविंदर, सारियां गर्ल्स ही ने। मुंडियो कितने बैठे हुए ओ बॉयज कितने बैठे, चलो। सो रेजिस्टिविटी ਜਿਹੜੀ ਹੈਗੀ ਉਹ ਤੁਹਾਡੀ ਸੇਮ ਦੀ ਸੇਮ ਹੀ ਰਹੇਗੀ। ਸੋ ਦਿਸ ਇਜ਼ ਦਾ ਬੈਸਟ ਐਗਜ਼ਾਮਪਲ। ਠੀਕ ਹੈ, ਸੋ ਲੈਂਥ ਏਰੀਆ ਵੇਰੀ ਕਰਨ ਦੇ ਨਾਲ ਕਦੇ ਵੀ ਰੈਜ਼ਿਸਟਿਵਿਟੀ ਵੇਰੀ ਨਹੀਂ ਹੁੰਦੀ, ਲੈਂਥ ਏਰੀਆ ਵੇਰੀ ਕਰਨ ਦੇ ਨਾਲ ਰੈਜ਼ਿਸਟੈਂਸ ਵੇਰੀ ਹੁੰਦੀ ਹੈ। ਐਂਡ ਬਿਕੋਜ਼ ਰੈਜ਼ਿਸਟੈਂਸ ਮਟੀਰੀਅਲ ਦੇ ਉੱਪਰ ਵੀ ਡਿਪੈਂਡ ਕਰੇਗੀ ਤੇ ਡਾਇਮੈਂਸ਼ਨ ਦੇ ਉੱਪਰ ਵੀ ਡਿਪੈਂਡ ਕਰੇਗੀ, ਬਟ ਰੈਜ਼ਿਸਟਿਵਿਟੀ ਜਿਹੜੀ ਹੈਗੀ ਉਹ ਸਿਰਫ ਤੇ ਸਿਰਫ ਡਾਇਮੈਂਸ਼ਨਸ ਦੇ ਸਿਰਫ ਮਟੀਰੀਅਲ ਦੇ ਉੱਪਰ ਹੀ ਡਿਪੈਂਡ ਕਰੇਗੀ, ਡਾਇਮੈਂਸ਼ਨ ਦੇ ਉੱਪਰ ਡਿਪੈਂਡ ਨਹੀਂ ਕਰੇਗੀ। ਚਲਿਏ, ਸੋ ਅਗਰ ਮੇਰੇ ਸਟੂਡੈਂਟਸ ਨੇ ਅੱਜ ਦਾ ਲੈਕਚਰ ਵਧੀਆ ਸੁਣਿਆ ਹੈ ਤਾਂ ਫਿਰ ਅੱਜ ਦੇ ਲੈਕਚਰਸ ਦੇ ਵਿੱਚ ਇੱਕ ਪ੍ਰੋਪੋਰਸ਼ਨੈਲਿਟੀ ਵਾਲੇ ਕੁਐਸਚਨ ਆਪਾਂ 3-4 ਕਲੀਅਰ ਕੀਤੇ ਬੇਟਾ ਜੀ, ਐਂਡ ਉਸ ਤੋਂ ਬਾਅਦ ਫਿਰ ਆਪਾਂ ਓਮਸ ਲਾਅ ਦੇ ਉੱਪਰ ਆਏ। ਓਮਸ ਲਾਅ ਨੂੰ ਆਪਾਂ ਪ੍ਰੈਕਟੀਕਲੀ ਵੈਰੀਫਾਈ ਕੀਤਾ, ਐਂਡ ਓਮਸ ਲਾਅ ਦੀ ਪ੍ਰੈਕਟੀਕਲ ਵੈਰੀਫਿਕੇਸ਼ਨ ਤੋਂ ਬਾਅਦ ਆਪਾਂ ਇਸ ਲਾਅ ਦੇ ਉੱਪਰ ਆਏ। ਇਸ ਲਾਅ ਦੇ ਵਿੱਚ ਪ੍ਰੋਪੋਰਸ਼ਨੈਲਿਟੀ ਸਾਈਨ ਰਿਮੂਵ ਕਰਕੇ ਰੈਜ਼ਿਸਟੈਂਸ ਆਈ, ਫਿਰ ਆਪਾਂ ਓਮਸ ਲਾਅ ਨੂੰ ਮੈਥਮੈਟਿਕਲੀ ਪ੍ਰੂਵ ਕੀਤਾ, ਫਾਈਨਲੀ ਆਪਣੇ ਕੋਲ ਇਹ ਰਿਲੇਸ਼ਨ ਬਣਿਆ, ਐਂਡ ਇਸ ਰਿਲੇਸ਼ਨਸ ਤੋਂ ਹੀ ਮੈਂ ਰੈਜ਼ਿਸਟਿਵਿਟੀ ਨੂੰ ਇੰਟਰੋਡਿਊਸ ਕੀਤਾ, ਐਂਡ ਫਾਈਨਲੀ ਆਪਾਂ ਡਿਸਾਈਡ ਕੀਤਾ ਵੀ ਜੋ ਰੈਜ਼ਿਸਟੈਂਸ ਹੈ ਉਹ ਆਪਣੇ ਕੰਡਕਟਰ ਦੇ ਮਟੀਰੀਅਲ ਤੇ ਡਾਇਮੈਂਸ਼ਨ ਦੋਨਾਂ ਤੇ ਡਿਪੈਂਡ ਕਰਦੀ ਹੈ, ਬਟ ਜੋ ਰੈਜ਼ਿਸਟਿਵਿਟੀ ਹੈ ਉਹ ਸਿਰਫ ਤੇ ਸਿਰਫ ਕੰਡਕਟਰ ਦੇ ਮਟੀਰੀਅਲ ਦੇ ਉੱਪਰ ਡਿਪੈਂਡ ਕਰਦੀ ਹੈ। ਸੋ ਕੁਝ ਨਵੇਂ ਫਾਰਮੂਲੇ ਮੇਰੇ ਸਟੂਡੈਂਟ ਨੂੰ ਮਿਲ ਗਏ ਜੀ, ਐਂਡ ਕੁਝ ਨਵੇਂ ਲਾਅ ਨੂੰ ਆਪਾਂ ਇੰਟਰੋਡਿਊਸ ਕਰਤਾ, ਐਂਡ ਫਾਈਨਲੀ ਆਪਾਂ ਓਮਸ ਲਾਅ ਦੇ ਉੱਪਰ ਆ ਚੁੱਕੇ ਹਾਂ ਆਪਣੇ ਇਸ ਯੂਨਿਟ ਦੇ ਉੱਪਰ ਜੀ। ਐਂਡ ਅਗਰ ਇਹ ਹੈ ਤਾਂ ਫਿਰ ਮੇਰਾ ਕੱਲ ਦਾ ਫੁੱਲ ਲੈਕਚਰ ਤੁਹਾਡੇ ਓਮਸ ਲਾਅ ਦੇ ਵਿੱਚ ਜੋ ਰੈਜ਼ਿਸਟੈਂਸ ਹੈ ਨਾ ਇਸ ਦੇ ਨੰਬਰ ਆਫ ਪੁਆਇੰਟਸ ਦੇ ਉੱਪਰ ਹੋਏਗਾ। ਡੋਂਟ ਮਿਸ ਯੂਰ ਨੈਕਸਟ ਲੈਕਚਰ। ਵੈਸੇ ਤਾਂ ਕੋਈ ਵੀ ਲੈਕਚਰ ਮਿਸ ਨਹੀਂ ਕਰਨਾ ਚਾਹੀਦਾ, ਬਟ ਕੱਲ ਦਾ ਲੈਕਚਰ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬੇਟਾ ਜੀ। ਸੋ ਕੱਲ ਦਾ ਲੈਕਚਰ ਜਿਸ ਸਟੂਡੈਂਟ ਨੇ ਮਿਸ ਕੀਤਾ ਬਹੁਤ ਵੱਡੀ ਗਲਤੀ ਕਰੇਗਾ। ਸੋ ਕੱਲ ਦਾ ਲੈਕਚਰ ਮਿਸ ਨਾ ਕरो, ਬਿਕੋਜ਼ ਮੇਰਾ ਕੱਲ ਦਾ ਫੁੱਲ ਲੈਕਚਰ रेजिस्टेंस ਦਾ ਸਿੰਬਲ क्या है, रेजिस्टेंस ਦਾ फिजिकल मीनिंग क्या है, रेजिस्टिविटी ਦਾ फिजिकल मीनिंग क्या है जी, एंड रेजिस्टेंस जो है वो किस तरह ਆਪਾਂ ਵੇਰੀ ਕਰ ਸਕਦੇ ਹਾਂ, ਰੈਜ਼ਿਸਟੈਂਸ ਨੂੰ ਕੈਲਕੂਲੇਟ ਕਿਵੇਂ ਕੀਤਾ ਜਾਏਗਾ, ਸੋ ਰੈਜ਼ਿਸਟੈਂਸ ਦੇ ਉੱਪਰ ਟੈਂਪਰੇਚਰ ਦਾ ਕੀ ਇਫੈਕਟ ਹੋਏਗਾ, ਇਹ ਸਾਰੇ ਪੁਆਇੰਟਸ ਮੈਂ ਤੁਹਾਡੇ ਨਾਲ ਕੱਲ ਦੇ ਲੈਕਚਰ ਦੇ ਵਿੱਚ ਸ਼ੇਅਰ ਕਰਾਂਗਾ। ਇਨ ਸ਼ਾਰਟ ਮੇਰਾ ਕੱਲ ਦਾ ਫੁੱਲ ਲੈਕਚਰ ਰੈਜ਼ਿਸਟੈਂਸ ਦੇ ਉੱਪਰ ਹੋਏਗਾ। ਸੋ ਅੱਜ ਆਪਾਂ ਕੁਝ ਫਾਰਮੂਲੇ ਪੜ੍ਹੇ ਨੇ, ਐਂਡ ਕੱਲ ਦੇ ਲੈਕਚਰ ਦੇ ਵਿੱਚ ਆਪਾਂ ਫਿਜ਼ੀਕਲ ਕਨਸੈਪਟ ਦੇ ਉੱਪਰ ਆਵਾਂਗੇ। ਠੀਕ ਹੈ ਬੇਟਾ ਜੀ, ਓਕੇ। ਐਂਡ ਉਸ ਦੀ ਬੈਸਟ ਐਗਜ਼ਾਮਪਲ ਪਤਾ ਕੀ ਹੈ, ਤੁਸੀਂ ਹਮੇਸ਼ਾ ਇਸ ਤਰ੍ਹਾਂ ਕਹਿੰਦੇ ਆ ਰਹੇ ਹੋ resistance offered to the flow। ਅਗਰ ਤੁਸੀਂ 10th ਕਲਾਸ ਨੂੰ ਯਾਦ ਰੱਖ ਰਹੇ ਹੋ ਤਾਂ ਫਿਰ 10th ਕਲਾਸ ਤੋਂ ਲੈ ਕੇ ਤੁਸੀਂ ਇਹ ਕਹਿੰਦੇ ਆ ਰਹੇ ਹੋ resistance it provide hindrance to the flow of current। ਅਗਰ resistance ਬੇਟਾ ਜੀ ਕਰੰਟ ਨੂੰ ਹਿੰਡਰੈਂਸ ਪ੍ਰੋਵਾਈਡ ਕਰਦੀ ਹੈ
ਤਾਂ ਫਿਰ ਡਿਫਰੈਂਟ ਹਾਊਸਸ ਦੇ ਵਿੱਚ ਕਰੰਟ ਦੀ ਵੈਲਿਊ ਡਿਫਰੈਂਟ ਹੋਣੀ ਚਾਹੀਦੀ ਹੈ। ਫਿਰ ਤਾਂ ਮੇਰੇ ਘਰ ਦੇ ਵਿੱਚ ਕਰੰਟ ਕੁਝ ਔਰ ਹੋਣਾ ਚਾਹੀਦਾ, ਤੇ ਮੇਰੇ ਨੇਬਰਸ ਦੇ ਘਰ ਦੇ ਵਿੱਚ ਕਰੰਟ ਜਿਹੜਾ ਹੈਗਾ ਕੁਝ ਔਰ ਹੋਣਾ ਚਾਹੀਦਾ ਹੈ ਨਾ। ਸੋ ਫਿਰ ਤੁਸੀਂ ਇਹ ਕਿਉਂ ਕਹਿੰਦੇ ਹੋ ਵੀ ਰੈਜ਼ਿਸਟੈਂਸ ਪ੍ਰੋਵਾਈਡ ਹਿੰਡਰਸ ਟੂ ਦਾ ਫਲੋ ਆਫ ਕਰੰਟ, ਇਹ ਕਿਸ ਟਾਈਪ ਦੀ ਹਿੰਡਰੈਂਸ ਹੈ ਜੀ, ਇਹ ਹਿੰਡਰੈਂਸ ਦਾ ਆਪਾਂ ਨੂੰ ਬੈਨੀਫਿਟ ਕਿਆ ਹੈ ਜੀ, ਇਹ ਸਾਰਾ ਕੁਝ ਆਪਾਂ ਕੱਲ ਦੇ ਲੈਕਚਰ 'ਚ ਡਿਸਕਸ ਕਰਾਂਗੇ। ਉਮੀਦ ਹੈ ਮੇਰੇ ਸਟੂਡੈਂਟ ਨੂੰ ਅੱਜ ਦੇ ਲੈਕਚਰਸ ਦੇ ਵਿੱਚ ਸੋ ਇਹ ਫਾਰਮੂਲੇ ਸਮਝ ਆਏ ਤੇ ਕੱਲ ਦੇ ਲੈਕਚਰ ਦੇ ਵਿੱਚ ਰੈਜ਼ਿਸਟੈਂਸ ਦਾ ਫਿਜ਼ੀਕਲ ਮੀਨਿੰਗ ਜ਼ਰੂਰ ਸਮਝ ਆਏਗਾ। ਸੋ ਬਣੇ ਰਹੋ ਜੀ ਆਪਣੇ ਲੈਕਚਰ ਦੇ ਵਿੱਚ, ਜਾ ਕੇ ਬੁੱਕ ਫੋਲੋ ਕਰੋ, ਮੇਰੇ ਪੇजेस ਨੂੰ ਗੋ ਥਰੂ ਕਰੋ।